SGPC ਦੇ ਇਨਵੋਲਵਮੈਂਟ ਤੋਂ ਬਗੈਰ ਇਸ ਬਿੱਲ ਨੂੰ ਲਿਆਂਦਾ ਗਿਆ। SGPC ਨੇ ਇਸ ਉੱਤੇ ਇਤਰਾਜ਼ ਜ਼ਾਹਰ ਕੀਤੇ ਨੇ। ਗਵਰਨਰ ਨੇ ਵਾਪਸ ਜਵਾਬ ਦੇ ਦਿੱਤਾ ਕਿ ਜੀ ਤੁਸੀਂ ਤਾਂ ਸੈਸ਼ਨ ਹੀ ਗਲਤ ਬੁਲਾਇਆ ਤੇ ਗਵਰਨਰ ਜ਼ਿਆਦਤੀ ਕਰ ਰਹੇ ਨੇ। ਹਰ ਰੂਟੀਨ ਮੈਟਰ ਦੇ ਵਿੱਚ ਇੰਟਰਫੇਅਰ ਕਰਨਾ ਇਹ ਗਵਰਨਰ ਨੂੰ ਸੋਭਦਾ ਨਹੀਂ। ਸੈਂਟਰ ਇੰਟਰਫੇਅਰ ਕਰ ਰਿਹਾ ਹੈ। ਤੁਹਾਡੇ ਜੇ ਇਲਜ਼ਾਮ ਲਾਏ ਹੋਏ ਸਹੀ ਸੀ ਤਾਂ ਫਿਰ ਉਹਨਾਂ FIRs ਦਾ ਉਹਨਾਂ ਪਰਚਿਆਂ ਦਾ ਹੋਇਆ ਕੀ? ਤੁਸੀਂ ਇਨਵੈਸਟੀਗੇਸ਼ਨ ਤਾਂ ਤੁਹਾਡੀ ਏਜੰਸੀ ਨੇ ਕਰਨੀ ਸੀ, ਤੁਸੀਂ ਕਰਕੇ ਮੁਕੱਦਮਾ ਦਿਓ ਨਾ ਅਮਿਤ ਸ਼ਾਹ ਦੇ ਖਿਲਾਫ ਜਾਂ BJP ਦੇ JP ਨੱਡਾ ਦੇ ਖਿਲਾਫ, ਕਿਸੇ ਦੇ ਵੀ ਖਿਲਾਫ ਜੇ ਤੁਸੀਂ ਤੁਹਾਨੂੰ ਲੱਗਦਾ ਹੈ ਵੀ BJP ਦੀ ਸੈਂਟਰ ਗਵਰਨਮੈਂਟ ਇਹ ਸਭ ਕੁਝ ਕਰਦੀ ਪਈ ਹੈ। ਜੋ ਦਿੱਲੀ ਦੇ ਵਿੱਚ ਇੱਕ ਛਿਛੋਰੇ ਲੈਵਲ ਤੇ ਰਾਜਨੀਤੀ ਨੂੰ ਲਿਆ ਕੇ ਖੜਾ ਕਰਤਾ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਨੇ, ਉਹੀ ਛਿਛੋਰਾਪਨ ਹੁਣ ਪੰਜਾਬ ਦੀ ਪੋਲਿਟਿਕਸ ਵਿੱਚ ਆ ਗਿਆ ਤੇ ਉਹ ਛਿਛੋਰੇਪਨ ਲਈ ਦੋਵੇਂ ਜ਼ਿੰਮੇਵਾਰ ਨੇ। ਮਤਲਬ ਉਹਦੇ ਵਿੱਚ ਘੱਟ ਕੋਈ ਵੀ ਨਹੀਂ। ਜੇ ਸੈਂਟਰ ਗਵਰਨਮੈਂਟ ਜਾਂ ਗਵਰਨਰ ਇੰਟਰਫੇਅਰ ਕਰ ਰਹੇ ਨੇ ਤਾਂ ਸਟੇਟ ਗਵਰਨਮੈਂਟ ਕਿਹੜਾ ਕੋਈ ਰੈਲੇਵੈਂਟ ਇਸ਼ੂਜ਼ ਲੈ ਕੇ ਆ ਰਹੀ ਹੈ ਉਹਨੂੰ ਵਾਪਸ ਤੁਸੀਂ ਬੁਲਾਓ। ਉਹਨੂੰ ਚੰਡੀਗੜ੍ਹ ਦਾ SSP ਤੋਂ ਹਟਾ ਦਿੱਤਾ ਗਿਆ ਤੇ ਭਗਵੰਤ ਮਾਨ ਸਰਕਾਰ ਨੇ ਸਿਰਫ ਇਸ ਖੁੰਦਕ ਦੇ ਵਿੱਚ ਵੀ ਗਵਰਨਰ ਨੇ ਸਾਡਾ ਇੱਕ SSP ਚੇਂਜ ਕੀਤਾ ਹੈ, ਉਹਨਾਂ ਨੇ ਜਲੰਧਰ ਦਾ ਕਮਿਸ਼ਨਰ ਲਾਤਾ। ਹੁਣ ਜਿਹੜੇ ਬੰਦੇ ਦਾ ਜਾਂ ਜਿਹੜੇ ਅਫਸਰ ਦਾ ਕੰਡਕਟ ਚੰਡੀਗੜ੍ਹ ਦੇ ਵਿੱਚ ਮਾੜਾ ਹੈ ਉਹ ਜਲੰਧਰ ਦੇ ਵਿੱਚ ਚੰਗਾ ਕਿਵੇਂ ਹੋ ਸਕਦਾ ਹੈ? ਤੁਸੀਂ ਉਹਨੂੰ ਕਮਿਸ਼ਨਰ ਲਗਾਤਾ ਕਿ ਇਜ਼ ਇਟ ਅ ਸੈਕੰਡ ਗ੍ਰੇਡ ਸਿਟੀ ਜਲੰਧਰ? ਬਟ ਉਹ ਗੱਲ ਠੀਕ ਹੈ ਕਿ ਗਵਰਨਰ ਨੇ ਕਰਨਾ ਕੀ ਹੁੰਦਾ ਫਿਰ? ਇੱਕ ਐਡਾ ਵੱਡਾ ਰਾਜ ਭਵਨ ਦਿੱਤਾ ਜਾਂਦਾ ਉਸਨੂੰ, ਉਹ 5 ਸਾਲ ਪੂਰਾ ਸਟੇਟ ਦੇ ਸਿਰ ਉੱਤੇ ਬਿੱਲ ਵੀ ਫਾੜਦਾ ਹੈ, ਐਡਾ ਅਮਲਾ ਜਮਲਾ ਪੂਰਾ ਪ੍ਰੋਟੋਕੋਲ ਸਾਰਾ ਸਿਸਟਮ। ਲੈਣਾ ਦੇਣਾ ਕੁਛ ਨਹੀਂ, ਸਿਰਫ ਰਿਬਨ ਕੱਟਣੇ, ਗੁਲਦਸਤੇ ਲੈਣੇ, ਗੁਲਦਸਤੇ ਦੇਣੇ, ਇਹ ਕੰਮ ਹੈ ਗਵਰਨਰ ਦਾ। ਐਂਡ ਦੇ ਆਰ ਵਾਸ਼ਿੰਗ ਦੇਅਰ ਡਰਟੀ ਲਿਨਨ ਇਨ ਪਬਲਿਕ ਟੂ ਦ ਐਕਸਟੈਂਟ ਕਿ ਇੱਕ ਦੂਸਰੇ ਦੇ ਪਬਲਿਕ ਬਿਆਨਾਂ ਦੇ ਜ਼ਰੀਏ ਇਹ ਵੀ ਇਲਜ਼ਾਮ ਲੱਗੇ। ਗਵਰਨਰ ਨੇ ਕਿਹਾ ਕਿ ਤੁਸੀਂ ਤਾਂ ਜੀ ਮੈਨੂੰ ਤਾਂ ਟਵੀਟ ਦੇ ਜ਼ਰੀਏ ਪਤਾ ਲੱਗਿਆ ਕਿ ਤੁਸੀਂ ਮੈਨੂੰ ਕੋਈ चिट्ठी लिखी है। नमस्कार, आदाब, सत श्री अकाल। रेड FM के इस प्रोग्राम में एक बार फिर से मैं मणिमुख शर्मा आप सबका इस्तकबाल करता हूं। आज एक बार फिर से मेरे साथ हैं मेरे सहयोगी रितेश लखी साहब। रितेश जी, आपका बहुत बहुत स्वागत है। बहुत बहुत धन्यवाद मनी जी। आज का मुद्दा है कि पंजाब की सियासत एक बार फिर से गर्म हो रही है क्योंकि चीफ मिनिस्टर भगवंत मान साहब और गवर्नर बनवारी लाल पुरोहित साहब के दरमियान ख़तों का एक जंग शुरू हो चुका है। पिछले महीने एक स्पेशल असेंबली सेशन बुला करके उसमें 4 बिल्स पास किए गए थे जिस पर गवर्नर पुरोहित ने एतराज़ ज़ाहिर किया है। उन्होंने कहा है कि वो इसकी लीगैलिटी को अब इसका मुआयना करेंगे और उसके बाद जो है वो एक फ़ैसला लेंगे। चीफ मिनिस्टर को ये अच्छा नहीं लगा है। उनको लग रहा है कि ये गवर्नर्स ऑफिस की मुदाखलत हो रही है उनके काम में, उनके ऑफिस में। इसी बात पे आज हम बड़ी तफसील में बात करेंगे। रितेश जी, आपके साथ, आपने पूरा देखा है, एक बार फिर से गर्म हो गया है, ये कब शांत होगा? क्या लगता है? ये लगता नहीं शांत होएगा मनी जी। जिवें तुसीं ठीक दस्सिया ਤੇ ਇਹ ਪਿਛਲੇ ਕਈ ਮਹੀਨਿਆਂ ਤੋਂ ਚੱਲਦਾ ਪਿਆ। ਤਕਰੀਬਨ 1 ਸਾਲ ਹੋ ਚੁੱਕਾ ਹੈ ਕਿ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਜੋ ਕਿ ਪੰਜਾਬ ਦੇ ਇੱਥੇ ਮੈਟਰਸ ਦੇ ਵਿੱਚ ਗਵਰਨੈਂਸ ਦੇ ਡੇ ਟੂ ਡੇ ਰੂਟੀਨ ਮੈਟਰਸ ਦੇ ਵਿੱਚ ਵੀ ਇੰਟਰਫੇਅਰ ਕਰ ਰਿਹਾ ਹੈ। ਹਾਲਾਂਕਿ ਇਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ, ਹੁਣ ਲੇਟੈਸਟ ਜਿਹੜਾ ਰੀਜ਼ਨ ਹੈ ਦਿੱਤਾ ਗਿਆ, ਜਿਹੜਾ ਤਲਖੀ ਦਾ ਵਿਸ਼ਾ ਬਣਿਆ ਹੈ, ਆਪਸ ਦੇ ਵਿੱਚ ਜਿਹੜੇ ਬਿਆਨ ਤੇ ਚਿੱਠੀਆਂ ਲਿਖੀਆਂ ਗਈਆਂ। ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਠੀ ਲਿਖੀ ਬਨਵਾਰੀ ਲਾਲ ਪੁਰੋਹਿਤ ਨੂੰ, ਕਿਹਾ ਕਿ ਤੁਸੀਂ ਗੁਰਬਾਣੀ ਦਾ ਪ੍ਰਸਾਰਣ ਨੂੰ ਲੈ ਕੇ ਰੌਲਾ ਪਿਆ ਸੀਗਾ ਸਾਰਾ ਦਾ ਸਾਰਾ ਗੁਰਬਾਣੀ ਦਾ ਪ੍ਰਸਾਰਣ, ਉਸ ਦਾ ਜਿਹੜਾ ਕਰਾਰ ਹੈ PTC ਨੈਟਵਰਕ ਦੇ ਨਾਲ ਉਹ ਰੱਦ ਹੋ ਰਿਹਾ, ਖਤਮ ਹੋ ਰਿਹਾ। 23 ਜੁਲਾਈ ਨੂੰ ਉਸ ਡੈਡਲਾਈਨ ਓਵਰ ਹੋ ਰਹੀ ਹੈ ਤੇ ਉਸ ਤੋਂ ਬਾਅਦ ਤੁਸੀਂ ਸਾਡੇ ਬਿੱਲ ਨੂੰ ਪਾਸ ਕਰੋ। ਬਿੱਲ ਕਿਹੜਾ ਹੈ? ਗੁਰਦੁਆਰਾ ਐਕਟ ਦੇ ਵਿੱਚ ਤਰਮੀਮ ਦਾ, ਅਮੈਂਡਮੈਂਟ ਦਾ। ਅਮੈਂਡਮੈਂਟ SGPC ਦੀ ਮੁਦਾਖਲਤ ਤੋਂ ਬਗੈਰ ਕਰਨ ਦੀਆਂ ਕੋਸ਼ਿਸ਼ਾਂ ਨੇ। SGPC ਦੇ ਇਨਵੋਲਵਮੈਂਟ ਤੋਂ ਬਗੈਰ ਇਸ ਬਿੱਲ ਨੂੰ ਲਿਆਂਦਾ ਗਿਆ। SGPC ਨੇ ਇਸ ਉੱਤੇ ਇਤਰਾਜ਼ ਜ਼ਾਹਰ ਕੀਤੇ ਨੇ। ਗਵਰਨਰ ਨੇ ਵਾਪਸ ਜਵਾਬ ਦੇ ਦਿੱਤਾ ਕਿ ਜੀ ਤੁਸੀਂ ਤਾਂ ਸੈਸ਼ਨ ਹੀ ਗਲਤ ਬੁਲਾਇਆ। ਉਹਨਾਂ ਨੇ ਕਿਹਾ ਵੀ ਤੁਸੀਂ ਸੈਸ਼ਨ ਨੂੰ ਜਿਹੜੇ ਬਿਲਸ ਲਿਆਂਦੇ ਗਏ ਜਾਂ ਜਿਸ ਤਰੀਕੇ ਦੇ ਨਾਲ ਸੈਸ਼ਨ ਕਨਵੀਨ ਕੀਤਾ ਗਿਆ, ਵੀ ਫਾਈਂਡ ਇਟ ਇਜ਼ ਪੇਟੈਂਟਲੀ ਰੋਂਗ। SGPC ਨੇ ਸਵਾਗਤ ਕਰਤਾ ਕਿ ਗਵਰਨਰ ਬਿਲਕੁਲ ਠੀਕ ਕਹਿ ਰਹੇ ਨੇ, ਤਾੜੀਆਂ ਬਜਾ ਰਹੀ ਹੈ SGPC, ਕਿਉਂਕਿ SGPC ਦੀ ਸਹਿਮਤੀ ਤੇ ਰਜ਼ਾਮੰਦੀ ਤੋਂ ਬਗੈਰ ਹੀ ਗੁਰਦੁਆਰਾ ਐਕਟ ਦੇ ਵਿੱਚ ਬਿਨਾਂ ਕਿਸੇ ਡਾਇਲੌਗ, ਬਿਨਾਂ ਕਿਸੇ ਚਰਚਾ ਦੇ ਚੀਫ ਮਿਨਿਸਟਰ ਜਾਂ ਪੰਜਾਬ ਗਵਰਨਮੈਂਟ ਨੇ ਇਹ ਬਿੱਲ ਲੈ ਕੇ ਆਂਦਾ। ਹੁਣ ਸਵਾਲ ਇੱਥੇ ਕਿ ਦੋਵੇਂ ਗਲਤ ਨੇ ਆਪਣੀ ਥਾਂ ਤੇ, ਠੀਕ ਕੋਈ ਵੀ ਨਹੀਂ ਹੈ। ਕੁਝ ਥਾਂ ਦੇ ਉੱਤੇ ਗਵਰਨਰ ਜ਼ਿਆਦਤੀ ਕਰ ਰਹੇ ਨੇ। ਹਰ ਰੂਟੀਨ ਮੈਟਰ ਦੇ ਵਿੱਚ ਇੰਟਰਫੇਅਰ ਕਰਨਾ ਇਹ ਗਵਰਨਰ ਨੂੰ ਸੋਭਦਾ ਨਹੀਂ, ਕਿਉਂਕਿ ਪਹਿਲਾਂ ਜੋ ਘਟਨਾਵਾਂ ਹੋਈਆਂ ਨੇ, ਗਵਰਨਰ ਨੇ ਪੰਜਾਬ ਦੇ ਸਰਹੱਦੀ ਯਾਨੀ ਕਿ ਬਾਰਡਰ ਏਰੀਆਜ਼ ਦਾ ਮੁਆਇਨਾ ਕਰਨਾ ਸ਼ੁਰੂ ਕਰਤਾ, ਅਧਿਕਾਰੀਆਂ ਦੇ ਨਾਲ ਮੀਟਿੰਗਸ ਕਰਨੀਆਂ ਸ਼ੁਰੂ ਕਰਤੀਆਂ। ਪੰਜਾਬ ਦੇ ਕਿਸੇ ਵੀ ਗਵਰਨਰ ਨੇ ਇੱਦਾਂ ਨਹੀਂ ਕੀਤਾ ਪਹਿਲਾਂ। ਇੱਕ ਪੈਰਲਲ ਅਥਾਰਟੀ ਤਿਆਰ ਹੋ ਰਹੀ ਹੈ ਆਪਕੋ, ਪੈਰਲਲ ਅਥਾਰਟੀ ਤਿਆਰ ਹੋ ਗਈ। ਹਾਲਾਂਕਿ ਗਵਰਨਰ ਨੇ ਬੇਸ ਦਿੱਤਾ ਜੀ ਕਿ ਮੈਂ ਬਾਰਡਰ ਦੇ ਡਿਸਟ੍ਰਿਕਟ ਵਿੱਚ ਜਾ ਰਿਹਾ, ਦੇਸ਼ ਦੀ ਜਿਹੜੀ ਕੌਮੀ ਸੁਰੱਖਿਆ, ਨੈਸ਼ਨਲ ਸਿਕਿਉਰਿਟੀ ਦੇ ਨਾਲ ਜੁੜੇ ਹੋਏ ਜਿਹੜੇ ਕੰਸਰਨਸ ਨੇ ਉਹਨਾਂ ਦੇ ਪ੍ਰਤੀ ਪੰਜਾਬ ਬੀਇੰਗ ਅ ਬਾਰਡਰ ਸਟੇਟ ਐਂਡ ਐਜ਼ ਅ ਗਵਰਨਰ ਆਫ ਹੈਡ ਆਫ ਦੈਟ ਕਨਸਟੀਟਿਊਸ਼ਨਲ ਹੈਡ ਆਫ ਦ ਸਟੇਟ ਮੇਰੀ ਜ਼ਿੰਮੇਵਾਰੀ ਬਣਦੀ ਹੈ। ਸੋ ਆਈ ਐਮ ਗੋਇੰਗ ਥਰੂ ਦੈਟ। ਇਹ 1 ਸਾਲ ਪਹਿਲਾਂ ਸਿਲਸਿਲਾ ਸ਼ੁਰੂ ਹੁੰਦਾ। ਜਿਵੇਂ ਪੰਜਾਬ ਦੇ ਵਿੱਚ ਰਾਜ ਸਰਕਾਰ ਬਣਦੀ ਹੈ, ਭਗਵੰਤ ਮਾਨ ਦੀ ਗਵਰਨਮੈਂਟ ਬਣਦੀ ਹੈ, ਆਮ ਆਦਮੀ ਪਾਰਟੀ, ਲੇਕਿਨ ਉਹ ਚੀਜ਼ਾਂ ਆਹਿਸਤਾ ਆਹਿਸਤਾ ਵੱਧਦੀਆਂ ਗਈਆਂ, ਇੰਟਰਫੇਰੈਂਸਿਸ ਵੱਧਦੀਆਂ ਗਈਆਂ। ਹਾਲਾਂਕਿ ਪਹਿਲਾਂ ਵੀ ਇੱਕ ਸੈਸ਼ਨ ਬੁਲਾਇਆ ਗਿਆ
ਇਨਫੈਕਟ ਸੈਸ਼ਨ ਬਿਨਾਂ ਕਿਸੇ ਕਾਰਨ ਤੋਂ ਬੁਲਾਇਆ ਗਿਆ ਤੇ ਜਦੋਂ ਸੈਸ਼ਨ ਸੱਦਿਆ ਗਿਆ ਵਿਧਾਨ ਸਭਾ ਦਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਮਸਲਾ ਇਹ ਸੀਗਾ ਕਿ ਇੱਕ ਇਲਜ਼ਾਮ ਲਗਾਇਆ ਆਮ ਆਦਮੀ ਪਾਰਟੀ ਨੇ ਕਿ ਸਾਡੇ ਐਮਐਲਏਜ਼ ਦੀ ਪੋਚਿੰਗ ਹੋ ਰਹੀ ਹੈ ਤੇ ਪੋਚਿੰਗ ਅਮਿਤ ਸ਼ਾਹ ਜਾਂ ਬੀਜੇਪੀ ਦੀ ਲੀਡਰਸ਼ਿਪ ਕਰਦੀ ਪਈ ਹੈ। ਉਸ ਉੱਤੇ ਇੱਕ ਸ਼ਿਕਾਇਤ ਦੇ ਕੇ ਪੰਜਾਬ ਦੇ ਕੁਝ ਵਿਧਾਇਕਾਂ ਨੇ ਐਫਆਈਆਰ ਦਰਜ ਹੋ ਗਈ। ਮਾਮਲਾ ਵਿਜੀਲੈਂਸ ਬਿਊਰੋ ਨੂੰ ਦਿੱਤਾ ਗਿਆ ਵੀ ਕੁਝ ਵਿਧਾਇਕਾਂ ਨੂੰ ਕਥਿਤ ਤੌਰ ਤੇ ਕਰੋੜਾਂ ਰੁਪਏ ਦੀ ਪੇਸ਼ਕਸ਼ ਕੀਤੀ ਗਈ ਕਿ ਤੁਸੀਂ ਪਾਰਟੀ ਬਦਲ ਲਓ ਜਾਂ ਖੇਮਾ ਬਦਲ ਲਓ, ਇਸ ਤਰੀਕੇ ਦੇ ਇਲਜ਼ਾਮ ਲੱਗੇ। ਅੱਜ ਉਹ ਪੜਤਾਲ ਹਵਾ 'ਚ ਹੈ, ਯੂ ਡੋਂਟ ਨੋ ਕਿ ਕੁਝ ਹੋਇਆ ਨਹੀਂ ਹੋਇਆ। ਹੁਣ ਇੱਥੇ ਕਈ ਵਾਰ ਐਂ ਲੱਗਦਾ ਹੈ ਕਿ ਜੇ ਸੈਂਟਰ ਇੰਟਰਫੇਅਰ ਕਰ ਰਿਹਾ ਹੈ, ਤੁਹਾਡੇ ਜੇ ਇਲਜ਼ਾਮ ਲਾਏ ਹੋਏ ਸਹੀ ਸੀ ਤਾਂ ਫਿਰ ਉਹਨਾਂ ਐਫਆਈਆਰਸ ਦਾ ਉਹਨਾਂ ਪਰਚਿਆਂ ਦਾ ਹੋਇਆ ਕੀ? ਤੁਸੀਂ ਇਨਵੈਸਟੀਗੇਸ਼ਨ ਤਾਂ ਤੁਹਾਡੀ ਏਜੰਸੀ ਨੇ ਕਰਨੀ ਸੀ, ਤੁਸੀਂ ਕਰਕੇ ਮੁਕੱਦਮਾ ਦਿਓ ਨਾ ਅਮਿਤ ਸ਼ਾਹ ਦੇ ਖਿਲਾਫ ਜਾਂ ਬੀਜੇਪੀ ਦੇ ਜੇਪੀ ਨੱਡਾ ਦੇ ਖਿਲਾਫ ਜਾਂ ਕਿਸੇ ਦੇ ਵੀ ਖਿਲਾਫ, ਜੇ ਤੁਹਾਨੂੰ ਲੱਗਦਾ ਹੈ ਵੀ ਬੀਜੇਪੀ ਦੀ ਸੈਂਟਰ ਗਵਰਨਮੈਂਟ ਇਹ ਸਭ ਕੁਝ ਕਰਦੀ ਪਈ ਹੈ। ਹੁਣ ਇੱਥੇ ਭਗਵੰਤ ਮਾਨ ਸਾਹਿਬ ਕੋਲ ਕੋਈ ਜਵਾਬ ਨਹੀਂ ਹੈ। ਉਂਝ ਹੋ ਹੀ ਰਿਹਾ ਕਿ ਆਪਣੇ ਕੰਮ ਤੋਂ ਕਿਸੇ ਨੂੰ ਕੋਈ ਮਤਲਬ ਨਹੀਂ ਹੈ। ਇੱਥੇ ਪ੍ਰੋਬਲਮ ਇਹ ਹੋ ਰਹੀ ਹੈ ਪੰਜਾਬ ਦੀ ਵੀ ਆਪਣਾ ਕੰਮ ਕੋਈ ਕਰ ਰਿਹਾ ਨਹੀਂ ਕਰ ਰਿਹਾ ਇਹ ਨੋਬਡੀ ਬੋਦਰਸ, ਲੇਕਿਨ ਦੂਸਰੇ ਦੇ ਕੰਮ ਦੇ ਵਿੱਚ ਟੰਗ ਫਸਾਣੀ ਜ਼ਰੂਰ ਹੈ। ਗਵਰਨਰ ਪੰਜਾਬ ਸਰਕਾਰ ਦੇ ਕੰਮ ਦੇ ਵਿੱਚ ਆਪਣੀ ਕਹਿੰਦੇ ਕਿ ਘੁੰਡੀ ਫਸਾ ਰਹੇ ਨੇ। ਤੇ ਹੁਣ ਆ ਜਿਹੜੇ 3 ਬਿੱਲ ਲਿਆਂਦੇ ਗਏ, 4 ਬਿੱਲ ਦੀ ਜ਼ਿਕਰ ਕੀਤਾ ਨਾ, ਉਹ 'ਚੋਂ 3 ਅਜਿਹੇ ਕੰਟੈਂਸ਼ੀਅਸ ਬਿੱਲਸ ਹੈਗੇ ਨੇ ਜੋ ਕਿ ਕਿਤੇ ਨਾ ਕਿਤੇ ਸਿੱਧੇ ਤਰੀਕੇ ਦੇ ਨਾਲ ਗਵਰਨਰ ਦੀਆਂ ਆਪਣੀਆਂ ਤਾਕਤਾਂ ਨੂੰ ਚੈਲੰਜ ਕਰਦੇ ਨੇ। ਗਵਰਨਰ ਕੀ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰ ਨੂੰ ਚੁਣ ਸਕੇਗਾ, ਇਸ ਮੁਤਲਕ ਇੱਕ ਬਿੱਲ ਲਿਆਂਦਾ ਗਿਆ ਕਿ ਉਹ ਤਾਕਤਾਂ ਗਵਰਨਰ ਤੋਂ ਹਟਾ ਕੇ ਚੀਫ ਮਿਨਿਸਟਰ ਨੇ ਆਪਣੇ ਹੱਥ 'ਚ ਲੈ ਲਈਆਂ ਨੇ ਤੇ ਕੰਸੈਂਟਲੀ ਬਿੱਲ ਫੇਰ ਗਵਰਨਰ ਨੂੰ ਭੇਜਦਾ ਹੈ। ਤੁਸੀਂ ਦੁਵਿਧਾ ਸਮਝੋ ਵੀ ਮੈਂ ਕਹਾਂ ਵੀ ਤੁਹਾਡੀ ਤਾਕਤ ਮੈਂ ਲੈ ਰਿਹਾ ਲੇਕਿਨ ਤੁਸੀਂ ਇਸ ਨੂੰ ਮਨਜ਼ੂਰੀ ਦਿਓ। ਇਸ ਤੋਂ ਵੱਡੀ ਕਾਮੇਡੀ ਆਫ ਐਰਰਸ ਨਹੀਂ ਨਾ ਹੋ ਸਕਦੀ। ਹੁਣ ਗਵਰਨਰ ਕਹਿੰਦਾ ਮੈਂ ਕਿਉਂ ਮਨਜ਼ੂਰੀ ਦੇਵਾਂ, ਤੁਸੀਂ ਮੇਰੇ ਤੋਂ ਤਾਕਤ ਲੈਣਾ ਚਾਹ ਰਹੇ ਹੋ, ਮੈਂ ਤੈਨੂੰ ਤਾਕਤ ਨਹੀਂ ਦੇਣਾ ਚਾਹ ਰਿਹਾ। ਸੋ ਦੈਟ ਇਜ਼ ਵਨ। ਦੂਸਰਾ ਜਿਹੜਾ ਬਿੱਲ ਲਿਆਂਦਾ ਗਿਆ ਹੈ ਉਹ ਪੁਲਿਸ ਐਕਟ ਜਾਂ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਦੀ ਨਿਯੁਕਤੀ, ਉਸ ਦੇ ਲਈ ਸੁਪਰੀਮ ਕੋਰਟ ਨੇ ਇੱਕ ਗਾਈਡਲਾਈਨ ਤੈਅ ਕੀਤੀ ਹੋਈ ਹੈ। ਪ੍ਰਕਾਸ਼ ਸਿੰਘ ਵਰਸਸ ਜਿਹੜੀ ਸਟੇਟ ਆਫ ਯੂਨੀਅਨ ਆਫ ਇੰਡੀਆ ਦਾ ਕੇਸ ਸੀਗਾ। ਸੋ ਉਹਦੇ ਵਿੱਚ ਗਾਈਡਲਾਈਨਸ ਲਈ ਕੀਤੀਆਂ ਕਿ ਡੀਜੀਪੀ ਦੀ ਨਿਯੁਕਤੀ ਦੇ ਵਿੱਚ ਕੋਈ ਮਨਮਾਨੀ ਨਾ ਹੋ ਸਕੇ। ਸਟੇਟ ਗਵਰਨਮੈਂਟਸ ਇੱਕ ਪੈਨਲ ਭੇਜੇ 7-8 ਅਫਸਰਾਂ ਦਾ, ਕਾਬਲ ਅਫਸਰਾਂ ਦਾ, ਉਹਦੇ ਪੈਨਲ ਦੇ ਵਿੱਚੋਂ ਸ਼ਾਰਟਲਿਸਟ ਕਰਕੇ ਯੂਪੀਐਸਸੀ ਦਾ ਪੈਨਲ 3-4 ਅਫਸਰਾਂ ਦਾ ਪੈਨਲ ਵਾਪਸ ਭੇਜੇ, ਫਿਰ ਉਸ 'ਚੋਂ ਸਟੇਟ ਗਵਰਨਮੈਂਟ ਇੱਕ ਡੀਜੀਪੀ ਨਿਯੁਕਤ ਕਰ ਲਏ। ਦੇਸ਼ ਭਰ ਦੇ ਵਿੱਚ ਇਹੀ ਕ੍ਰਾਈਟੇਰੀਅਨ ਹੈ, ਲੇਕਿਨ ਕੁਝ ਸੂਬਿਆਂ ਦੇ ਵਿੱਚ ਹੁਣ ਪ੍ਰੋਬਲਮਸ ਆਉਣੀਆਂ ਸ਼ੁਰੂ ਹੋਈਆਂ ਨੇ ਕਿਉਂਕਿ ਯੂਪੀ ਦੇ ਵਿੱਚ ਇਸ ਤਰੀਕੇ ਦੇ ਬਹੁਤ ਅਜਿਹੇ ਰਾਜ ਸੀ ਜਿਨ੍ਹਾਂ ਦੇ ਵਿੱਚ ਮਨਮਾਨੀ ਕਰਿਆ ਕਰਦੇ ਸੀ ਡੀਜੀਪੀ ਦੇ ਨਿਯੁਕਤੀ ਲਈ। ਸੋ ਉਹੀ ਸਥਿਤੀ ਪੰਜਾਬ ਦੇ ਵਿੱਚ। ਪੰਜਾਬ ਕਹਿੰਦਾ ਜੀ ਅਸੀਂ ਆਪਣਾ ਪੈਨਲ ਅਲੱਗ ਬਣਾ ਕੇ ਅਸੀਂ ਨਿਯੁਕਤੀ ਕਰਾਂਗੇ ਡੀਜੀਪੀ, ਅਸੀਂ ਉਹਨੂੰ ਸੈਂਟਰ ਜਾਂ ਯੂਪੀਐਸਸੀ ਕੋਲ ਨਹੀਂ ਭੇਜਣਾ। ਸੋ ਤੀਸਰਾ ਜਿਹੜਾ ਗੁਰਦੁਆਰੇ ਦੇ ਨਾਲ ਜੁੜਿਆ ਹੋਇਆ ਇੱਕ ਅਹਿਮ ਤਰਮੀਮ ਹੈ ਜਿਸ ਨੂੰ ਕਿ ਕਰਨ ਦਾ ਅਧਿਕਾਰ ਪੰਜਾਬ ਸਰਕਾਰ ਨੂੰ ਉਸ ਤਰੀਕੇ ਦੇ ਨਾਲ ਮੇਰੇ ਹਿਸਾਬ ਨਾਲ ਨਹੀਂ ਸੀ। ਹਾਲਾਂਕਿ ਉਹ ਕਰ ਸਕਦੇ ਨੇ, ਬਟ ਉਸ ਕਿਸੇ ਵੀ ਫੈਸਲੇ ਗੁਰਦੁਆਰਾ ਐਕਟ ਦੇ ਸੰਬੰਧ ਦੇ ਵਿੱਚ ਲਿਆ ਜਾਣਾ ਹੋਵੇ ਤਾਂ ਉਹਦੇ ਲਈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਸ ਨੂੰ ਤੁਸੀਂ ਕੌਨਫੀਡੈਂਸ ਦੇ ਵਿੱਚ ਲੈਣਾ ਹੁੰਦਾ ਹੈ, ਉਹਨਾਂ ਦੀ ਸਹਿਮਤੀ ਜਾਂ ਉਹਨਾਂ ਵੱਲੋਂ ਕੋਈ ਡਿਮਾਂਡ ਆਈ ਹੋਵੇ ਤਾਂ ਤੁਸੀਂ ਬਿੱਲ ਲੈ ਕੇ ਆਓਗੇ। ਸੋ ਇੱਥੇ ਸਟੇਟ ਗਵਰਨਮੈਂਟ ਰੋਂਗ ਫੁੱਟ ਤੇ ਤਾਂ ਕਲੀਅਰਲੀ ਨਜ਼ਰ ਆ ਰਹੀ ਹੈ। ਲੇਕਿਨ ਹੁਣ ਗਵਰਨਰ ਵੀ ਜਿਹੜੀਆਂ ਉਹਨਾਂ ਨੂੰ ਇੱਕ ਮੌਕਾ ਭਗਵੰਤ ਮਾਨ ਦੀ ਸਰਕਾਰ ਬਾਰ-ਬਾਰ ਦੇ ਰਹੀ ਹੈ ਕਿ ਤੁਸੀਂ ਆਓ ਤੇ ਇੰਟਰਫੇਅਰ ਕਰੋ, ਵਿਚ ਇਜ਼ ਨਾਟ ਗੁੱਡ ਫॉर ਐਨੀ ਸਟੇਟ। ਕਿਸੇ ਸਟੇਟ ਦਾ ਜੇ ਗਵਰਨਰ ਤੇ ਚੀਫ ਮਿਨਿਸਟਰ ਹੀ ਐਵੇਂ ਆਪਸ ਦੇ ਵਿੱਚ क्लैश ਦੇ ਉੱਤੇ ਹੈ ਤੇ ਉਸ ਰਾਜ ਦੇ ਵਿੱਚ ਕੀ गवर्नेंस का सूरत हाल होएगा। हम ये क्योंकि बीजेपी जब केंद्र में है 2014 से, इसके बाद से हमने देखा है कि बहुत फ्रीक्वेंटली बहुत सारे सूबों से जो हैं ये कंप्लेंट्स आ रहे हैं। हमने केरला में देखा है जहाँ पे लेफ्टिनेंट गवर्नर्स है, जैसे दिल्ली में आम आदमी पार्टी की सरकार है और जब पहली बार ये सरकार इन लोगों ने बनाया था 2015 में, तभी से तो उस ज़माने के लेफ्टिनेंट गवर्नर नजीब जंग थे और उनके साथ भी ऐसे चिट्ठियों का एक सिलसिला चला था जिसमें उर्दू में शेर व शायरी भी हुई थी, है ना, बहुत तलखी भी दिखी थी उन चिट्ठियों में। तो ये डिबेट मेरे ख्याल से उसी टाइम से शुरू हो गया था और उसके बाद जो है अब हमने बंगाल में भी देख लिया, केरला में देख लिया, महाराष्ट्र में देख लिया है। ऐसे बहुत से सेंट्रल अपॉइंटीज़ हैं जो गवर्नर्स हैं जो स्टेट्स में जो है वो इंटरफेयर कर रहे हैं जी। एक किस्म का जो है जो इनका एक पुराना जो इंतज़ाम था उससे हट के शायद थोड़ा गवर्नर भी कोशिश करते हैं कि भाई हम भी अपना गवर्नर दिखाएंगे। गवर्नमेंट दी फीलिंग गवर्नर रहना चाह रहे हैं ना। हाँ बिल्कुल, कि हम बस एक शो पीस अपॉइंटमेंट नहीं है। तो ये पॉइंट तो है। क्या आपको लगता है, क्योंकि उस पर हम इसके बाद आएंगे, बात करेंगे, लेकिन क्या आपको लगता है कि आम आदमी पार्टी की जो गवर्नमेंट है शुरू से ही ये कॉन्फ्रंटेशनल नोट पे ही इनकी सरकार शुरू हुई है, चाहे दिल्ली में हो चाहे पंजाब में हो,
तो एक किस्म का टेम्पलेट भी बन चुका है कि भाई हम हर चीज़ में जो है ये नॉइज़ हम क्रिएट करेंगे कि देखिए हमारे साथ तो है बहुत इंटरफेरेंस हो रहा है, जो कि है, मैं ये नहीं कह रहा कि नहीं हो ਇੰਟਰਫੇਰੈਂਸ ਤਾਂ ਹੋ ਰਿਹਾ ਜੀ, हाँ, ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਆਮ ਆਦਮੀ ਪਾਰਟੀ ਦੀ ਹੀ ਸਰਕਾਰਾਂ ਦੇ ਨਾਲ ਇੰਟਰਫੇਰੈਂਸ ਹੋ ਰਿਹਾ। ਤਾਂ ਆਪਨੇ ਦਿੱਲੀ ਦਾ ਐਗਜ਼ਾਮਪਲ ਦਿੱਤਾ, ਉੱਥੇ ਹੁਣ ਦੇਖ ਲਓ ਵੀ ਇਵਨ ਕੋਰਟ ਦਾ ਆਰਡਰ ਵੀ ਆ ਗਿਆ, ਯੂ نو ਆਫੀਸਰਸ ਦੇ ਮੁਤਲਕ ਜਿਹੜੇ ਇੱਕ ਬੜਾ ਵੱਡਾ ਆਰਡਰ ਆਇਆ, ਲੇਕਿਨ ਉਸ ਦੇ ਬਾਅਦ ਇੱਕ ਆਰਡੀਨੈਂਸ ਦਾ ਰਫੜ ਪਾ ਲਿਆ। ਯਾਨੀ ਕਿ ਕੇਂਦਰ ਸਰਕਾਰ ਵੀ ਹਰ ਕੋਸ਼ਿਸ਼ ਕਰ ਰਹੀ ਹੈ। ਪ੍ਰੋਬਲਮ ਇਹ ਹੋ ਗਈ ਹੈ ਇੰਡੀਆ ਦੇ ਵਿੱਚ ਇਹ ਲੈਵਲ ਕਦੇ ਦੇਖਿਆ ਨਹੀਂ ਸੀ, ਇਹਦੇ ਲਈ ਲਾਜ਼ਲੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਯੂ نو ਉਹ ਇੱਕ ਵੱਡੀ ਗਵਰਨਮੈਂਟ ਹੈ, ਉਹਨੇ ਪੂਰਾ ਦੇਸ਼ ਚਲਾਉਣਾ, ਸੂਬੇ ਚਲਾਉਣਾ। ਤੁਸੀਂ ਕਿਉਂ ਇਸ ਤਰੀਕੇ ਦੀ ਠੂੰਗਾ ਠੂੰਗੀ ਸਟੇਟ ਦੇ ਇਸ਼ੂਜ਼ ਦੇ ਵਿੱਚ ਕਰਦੇ ਹੋ? ਵਾਈ ਡੂ ਯੂ ਨੀਡ ਟੂ ਜਸਟ ਗੈਟ ਇਨਟੂ ਆਲ ਦੈਟ? ਇਹ ਦਿੱਲੀ ਦਾ ਇੱਕ ਅਨਫੋਰਚੂਨੇਟ ਮਾਡਲ ਹੈ। ਲੇਕਿਨ ਮੈਂ ਕਹਾਂਗਾ ਕਿ ਜੋ ਦਿੱਲੀ ਦੇ ਵਿੱਚ ਇੱਕ ਛਿਛੋਰੇ ਲੈਵਲ ਤੇ ਰਾਜਨੀਤੀ ਨੂੰ ਲਿਆ ਕੇ ਖੜਾ ਕਰਤਾ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਨੇ, ਉਹੀ ਛਿਛੋਰਾਪਨ ਹੁਣ ਪੰਜਾਬ ਦੀ ਪੋਲਿਟਿਕਸ ਵਿੱਚ ਆ ਗਿਆ। ਤੇ ਉਸ ਛਿਛੋਰੇਪਨ ਲਈ ਦੋਵੇਂ ਜ਼ਿੰਮੇਵਾਰ ਨੇ, ਮਤਲਬ ਉਹਦੇ ਵਿੱਚ ਘੱਟ ਕੋਈ ਵੀ ਨਹੀਂ। ਜੇ ਸੈਂਟਰ ਗਵਰਨਮੈਂਟ ਜਾਂ ਗਵਰਨਰ ਇੰਟਰਫੇਅਰ ਕਰ ਰਹੇ ਨੇ ਤਾਂ ਸਟੇਟ ਗਵਰਨਮੈਂਟ ਕਿਹੜਾ ਕੋਈ ਰੈਲੇਵੈਂਟ ਇਸ਼ੂਜ਼ ਲੈ ਕੇ ਆ ਰਹੀ ਹੈ? ਹੁਣ ਸਾਰੇ ਦੇ ਸਾਰੇ ਜਿਹੜੀਆਂ ਚੀਜ਼ਾਂ ਲੈ ਕੇ ਆਏ ਨੇ, ਠੀਕ ਹੈ, ਬੰਗਾਲ ਨੂੰ ਦੇਖ ਕੇ ਇਹਨਾਂ ਨੇ ਉਹ ਜਿਹੜਾ ਚਾਂਸਲਰਸ ਦੀ ਨਿਯੁਕਤੀ ਮੁੱਖ ਮੰਤਰੀ ਦੇ ਹੱਥ ਵਿੱਚ ਰੱਖਣ ਵਾਲਾ ਕਾਨੂੰਨ ਲੈ ਕੇ ਆਂਦਾ, ਬਿੱਲ ਪਾਸ ਕੀਤਾ, ਉਹ ਉਹਨਾਂ ਨੇ ਬੰਗਾਲ ਤੋਂ ਚੱਕਿਆ। ਜਿਹੜਾ ਪੁਲਿਸ ਦੇ ਡੀਜੀਪੀ ਨੂੰ ਆਪਣੇ ਹੱਥ ਵਿੱਚ ਉਸ ਦੀ ਨਿਯੁਕਤੀ ਰੱਖਣ ਦੀ ਪ੍ਰਕਿਰਿਆ ਦਾ ਤੁਸੀਂ ਬਿੱਲ ਲੈ ਕੇ ਆਏ, ਉਹ ਇੱਕ ਨਵੇਕਲਾ ਹੀ ਮਾਡਲ ਹੈ ਜੋ ਕਿ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੇ ਬਿਲਕੁਲ ਉਲਟ ਹੈ। ਹੁਣ ਠੀਕ ਹੈ, ਸੁਪਰੀਮ ਕੋਰਟ ਨੇ ਇੱਕ ਤੈਅ ਪ੍ਰੋਸੀਜਰ ਤੈਅ ਕੀਤਾ ਜਿਸ ਨੂੰ ਪੂਰੇ ਦੇਸ਼ ਦੇ ਵਿੱਚ ਮੰਨਿਆ ਜਾਂਦਾ ਹੈ, ਲੇਕਿਨ ਹੁਣ ਸੂਬੇ ਕਹਿਣਗੇ ਜੀ ਅਸੀਂ ਆਪਣੇ ਆਪਣੇ ਬਿੱਲ ਸੰਵਿਧਾਨ ਪਾਸ ਕਰ ਦਾਂਗੇ, ਕਾਨੂੰਨ ਪਾਸ ਕਰ ਦਾਂਗੇ, ਤੇ ਅਸੀਂ ਉਹ ਚੀਜ਼ ਨੂੰ ਨਹੀਂ ਮੰਨਦੇ। ਸੋ ਇਸ ਉੱਤੇ ਤਾਂ ਫਿਰ ਫਾਈਨਲ ਫੈਸਲਾ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਵਿੱਚ ਜਾਏਗਾ ਹੀ, ਕਿਉਂਕਿ ਜੇ ਸੁਪਰੀਮ ਕੋਰਟ ਨੇ ਇੰਨੇ ਦਹਾਕਿਆਂ ਤੱਕ ਇੱਕ ਸੋਚਣ ਤੋਂ ਬਾਅਦ ਇੱਕ ਪ੍ਰੋਸੀਜਰ ਲੈ ਕੀਤਾ, ਕੋਈ ਸਟੇਟ ਆਪਣਾ ਨਵਾਂ ਕਾਨੂੰਨ ਲਿਆਂਦੀ ਹੈ, ਤਾਂ ਫਿਰ ਸਾਰੀ ਸਟੇਟਾਂ ਲਿਆਉਣਗੀਆਂ। ਫਿਰ ਕਹਿਣਗੇ ਵੀ ਸਾਨੂੰ ਕਿਉਂ ਸੁਪਰੀਮ ਕੋਰਟ ਦੀ ਉਸ ਗਾਈਡਲਾਈਨ ਜਾਂ ਪ੍ਰਕਾਸ਼ ਸਿੰਘ ਵਰਸਸ ਯੂਨੀਅਨ ਆਫ ਇੰਡੀਆ ਦੀ ਜਜਮੈਂਟ ਦੇ ਨਾਲ ਸਟਿਕ ਹੋਣ ਦੀ ਲੋੜ ਹੈ? ਅਸੀਂ ਆਪਣੀ ਮਰਜ਼ੀ ਦੇ ਨਾਲ ਡੀਜੀਪੀ ਰੱਖਾਂਗੇ, ਅਸੀਂ ਜੂਨੀਅਰ ਬੰਦੇ ਨੂੰ ਡੀਜੀਪੀ ਲਾ ਦਾਂਗੇ, ਜਿਹੜਾ ਸਾਡਾ ਬਲੂ ਆਈਡ ਬॉय ਹੋਏਗਾ, ਜਿਹੜਾ ਸਾਡੀ ਡਿਊਟੀ ਬਜਾਏਗਾ। ਇਹੀ ਤਾਂ ਰੌਲਾ ਸੀਗਾ ਕਿ ਤੁਸੀਂ ਆਪਣੇ ਬਲੂ ਆਈਡ ਬॉयਜ਼ ਨੂੰ, ਜਿਹੜੇ ਨਾਕਾਬਿਲ ਜੂਨੀਅਰ, ਮੈਰਿਟ ਦੇ ਵਿੱਚ ਥੱਲੇ, ਕੰਪੀਟੈਂਸ ਦੇ ਵਿੱਚ ਘੱਟ ਲੋ ਲੈਵਲ ਦੇ, ਜਿਹੜੇ ਕਿ ਨਾ ਪੋਲੀਟੀਕਲ ਹੱਥ ਠੋਕੇ, ਉਹਨਾਂ ਨੂੰ ਤੁਸੀਂ ਡੀਜੀਪੀ ਲਾ ਰਹੇ ਸੀਗੇ। ਸੋ ਇਸੇ ਵਾਸਤੇ ਪੈਮਾਨੇ ਤੈਅ ਕੀਤੇ ਗਏ। ਸੋ ਇਹ ਪੈਮਾਨੇ ਜਿਹੜੇ ਤੈਅ ਕੀਤੇ ਗਏ ਨੇ, ਈਵਨ ਜਿਹੜਾ ਚਾਂਸਲਰ ਦੀ ਅਪਾਇੰਟਮੈਂਟ ਹੈ, ਹੁਣ ਜੇ ਚੀਫ ਮਿਨਿਸਟਰ ਦੇ ਹੱਥ ਵਿੱਚ ਚਾਂਸਲਰ ਦੀ ਅਪਾਇੰਟਮੈਂਟ ਹੋਗੀ, ਬਹੁਤ ਸੀ ਕੰਟਰੋਵਰਸ਼ੀਅਲ ਲੋਕਾਂ ਦੀ ਅਪਾਇੰਟਮੈਂਟਸ ਹੁੰਦੀਆਂ ਰਹੀਆਂ ਨੇ ਇੱਥੇ। ਈਵਨ ਪੰਜਾਬ ਦੇ ਵਿੱਚ ਬਹੁਤ ਸੇ ਅਜਿਹੇ ਲੋਕਾਂ ਦੇ ਨੂੰ ਅਪਾਇੰਟਮੈਂਟ ਦੇ ਰੂਪ ਵਿੱਚ ਅੱਗੇ ਤੋਰਿਆ ਗਿਆ, ਉਹਨਾਂ ਦੀ ਜਿਹੜੀ ਬਿਡ ਸੀ ਜਾਂ ਕਹਿ ਲਓ ਉਹਨਾਂ ਦਾ ਜਿਹੜਾ ਦਾਅਵਾ ਸੀ, ਜੋ ਕਿ ਕੰਟਰੋਵਰਸ਼ੀਅਲ ਲੋਕ ਸੀ। ਲੇਕਿਨ ਉਸ ਸਰਕਾਰ ਚਾਹੇ ਤਾਂ ਕੁਝ ਵੀ ਕਰ ਲੈ, ਗਵਰਨਰ ਦਾ ਘੱਟੋ ਘੱਟ ਇੱਕ ਛੋਟਾ ਮੋਟਾ ਕੁੰਡਾ ਰਹਿੰਦਾ ਸੀ, ਇੱਕ ਚੀਜ਼ ਨੂੰ ਰਿਵਿਊ ਕਰ ਲੈਂਦਾ ਸੀ। ਇੱਥੇ ਬਹੁਤ ਸੇ ਕੇਸਿਸ ਦੇ ਵਿੱਚ ਪੰਜਾਬ ਗਵਰਨਮੈਂਟ ਦੇ ਫੈਸਲੇ ਠੀਕ ਨਹੀਂ ਹੈਗੇ ਨੇ। ਇੱਕ ਇੱਥੇ ਛੋਟਾ ਜਿਹੀ ਮਿਸਾਲ ਹੈ ਕਿ ਇੱਕ ਜਲੰਧਰ ਦਾ ਇੱਕ ਕਮਿਸ਼ਨਰ ਆਫ ਪੁਲਿਸ ਹੈ, ਚੰਡੀਗੜ੍ਹ ਦੇ ਵਿੱਚ ਉਹ ਐਸਐਸਪੀ ਹੁੰਦਾ ਹੈ। ਪੰਜਾਬ ਦੇ ਜਿਹੜੇ ਗਵਰਨਰ ਜੋ ਕਿ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਨੇ, ਉਹਨਾਂ ਨੇ ਉਹਦੇ ਖਿਲਾਫ ਇੱਕ ਇਨਕੁਆਇਰੀ ਕੀਤੀ। ਉਸ ਇਨਕੁਆਇਰੀ ਦੇ ਵਿੱਚ ਉਸ ਦਾ ਮਿਸਕੰਡਕਟ ਸਥਾਪਿਤ ਹੋਇਆ। ਗਵਰਨਰ ਨੇ ਇੱਕ ਚਿੱਠੀ ਪੰਜਾਬ ਗਵਰਨਮੈਂਟ ਨੂੰ ਲਿਖੀ ਕਿ ਇਸ ਅਫਸਰ ਦਾ ਮਿਸਕੰਡਕਟ ਸਾਹਮਣੇ ਆਇਆ ਹੈ, ਇਸ ਮਾਮਲੇ ਦੇ ਖਿਲਾਫ ਜਾਂਚ ਕਰੋ, ਕਾਰਵਾਈ ਕਰੋ। ਇਹ ਹੀ ਇਜ਼ ਅ ਚੰਡੀਗੜ੍ਹ ਐਸਐਸਪੀ ਤੇ ਮੈਂ ਇਸ ਨੂੰ ਵਾਪਸ ਤੁਸੀਂ ਬੁਲਾਓ। ਉਹਨੂੰ ਚੰਡੀਗੜ੍ਹ ਦਾ ਐਸਐਸਪੀ ਤੋਂ ਹਟਾ ਦਿੱਤਾ ਗਿਆ ਤੇ ਭਗਵੰਤ ਮਾਨ ਸਰਕਾਰ ਨੇ ਸਿਰਫ ਇਸ ਖੁੰਦਕ ਦੇ ਵਿੱਚ ਵੀ ਗਵਰਨਰ ਨੇ ਸਾਡਾ ਇੱਕ ਐਸਐਸਪੀ ਚੇਂਜ ਕੀਤਾ ਹੈ, ਉਹਨਾਂ ਨੇ ਜਲੰਧਰ ਦਾ ਕਮਿਸ਼ਨਰ ਲਾਤਾ। ਹੁਣ ਜਿਹੜੇ ਬੰਦੇ ਦਾ ਜਾਂ ਜਿਹੜੇ ਅਫਸਰ ਦਾ ਕੰਡਕਟ ਚੰਡੀਗੜ੍ਹ ਦੇ ਵਿੱਚ ਮਾੜਾ ਹੈ, ਉਹ ਜਲੰਧਰ ਦੇ ਵਿੱਚ ਚੰਗਾ ਕਿਵੇਂ ਹੋ ਸਕਦਾ ਹੈ? ਤੁਸੀਂ ਉਹਨੂੰ ਕਮਿਸ਼ਨਰ ਲਗਾਤਾ ਕਿ ਇਜ਼ ਇਟ ਅ ਸੈਕੰਡ ਗ੍ਰੇਡ ਸਿਟੀ ਜਲੰਧਰ? ਮਤਲਬ ਤੁਸੀਂ ਦੇਖੋ ਨਾ ਵੀ ਕਿਸ ਇਸ਼ੂ ਦੇ ਉੱਤੇ। ਐਂਡ ਉਹਦੇ 'ਚ ਜੇ ਗਵਰਨਰ ਨੇ ਕਿਸੇ ਅਫਸਰ ਦੇ ਖਿਲਾਫ ਕੋਈ ਗੱਲ ਲਿਖੀ, ਤੁਸੀਂ ਉਹਦੀ ਗਹਿਰਾਈ ਦੇ ਵਿੱਚ ਜਾਂਚ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ, ਜੇ ਗਵਰਨਰ ਨੇ ਵਧੀਕੀ ਕੀਤੀ, ਤੁਸੀਂ ਗਵਰਨਰ ਨੂੰ ਕਹਿ ਸਕਦੇ ਹੋ। ਲੇਕਿਨ ਉਸ ਕੇਸ ਦੇ ਵਿੱਚ ਕੋਈ ਪੜਤਾਲ ਨਹੀਂ, ਤੁਸੀਂ ਜੀ ਉਸ ਨੂੰ ਜਸਟ ਬਿਕੋਜ਼ ਕਿ ਇਟ ਇਜ਼ ਗਵਰਨਰ ਵਰਸਸ ਦ ਚੀਫ ਮਿਨਿਸਟਰ, ਤੁਸੀਂ ਮਤਲਬ ਆਪਣੀ ਈਗੋਜ਼ ਦੀ ਲੜਾਈ ਹੈਗੀ ਹੈ। ਜਿਹਨੂੰ ਕਹਿੰਦਾ ਆਪਣੀ ਲੱਤ ਉੱਚੇ ਰੱਖਣ ਵਾਲੀ ਗੱਲ ਹੈਗੀ ਹੈ ਕਿ ਆਈ ਸ਼ੁਡ ਹੈਵ ਦ ਲਾਸਟ स्माइल और लास्ट लाफ एज दे सेड, सो दैट इज़ वेरी अनफॉर्चुनेट। लेकिन क्या आपको लगता है कि जैसे अब आम आदमी पार्टी, चलिए हम मान सकते हैं कि उनके खिलाफ भी बहुत सारे जैसे ऐसे कंप्लेंट्स आते हैं कि भाई हर छोटी चीज़ पे रिएक्ट कर जाते हैं, सोशल मीडिया पे ज़्यादा विजिबल हैं बजाय कि ग्राउंड पे रहे, तो ये सारे इनके खिलाफ जो है इल्ज़ामात लगते रहे हैं। लेकिन क्या आपको लगता है कि पिछले कुछ सालों में जो भी हुआ है अलग अलग स्टेट्स में, आपने देखा कि केरला में भी यही मसला हुआ है कि केरला गवर्नर ने बहुत से यूनिवर्सिटीज़ के वाइस चांसलर्स को जो है अपॉइंटमेंट रद्द कर दिया था, उसकी वजह से जो है स्टेट गवर्नमेंट के साथ उनका एक बहुत बड़ा क्लैश हो गया। और वेस्ट बंगाल में भी हमने देखा कि तथागत रॉय जब गवर्नर थे, उस टाइम पे ममता बनर्जी जब चीफ मिनिस्टर थी, तो उसमें भी बहुत से उनके जो है क्लैशेस हो रहे थे इन्हीं सब वजहों से। तो एक स्केप्टिकल होने का एक बहुत ही ठोस ग्राउंड है आम आदमी पार्टी गवर्नमेंट के पास। तो इससे क्या एक सवाल ये भी पैदा होता है कि आज़ादी के 75 साल बाद क्या गवर्नर
अपॉइंटमेंट होना चाहिए जैसे जिस तरह से होता है? क्या उस ऑफिस की ज़रूरत भी है? ये ऑफिस तैयार किया गया था अंग्रेज़ों के ज़माने में, हिंदुस्तानी जो है जब उनको पावर दिया गया, प्रोविंशियल गवर्नमेंट्स बने गए, उन पर रोकथाम लगाने के लिए ये लेफ्टिनेंट गवर्नर्स, उसके बाद गवर्नर बना 1912 के बाद, अलग अलग प्रोविंसेस में ये अपॉइंटमेंट्स हुए। क्या आपको लगता है कि अब इस ऑफिस की ज़रूरत भी है? क्या आपको लगता है कि नहीं, ऑफिस की ज़रूरत है नहीं है, ये बड़ा एक टिकलिश सा क्वेश्चन है। देखो, गवर्नर की जरूरत ਤਾਂ महसूस होती है जो बड़ी सलैंडर माइनॉरिटी मैजोरिटी है ना, उस वक्त गवर्नर की किड्डी भूमिका होती है। सो दैट इज द टाइम व्हेन गवर्नर्स पावर्स एंड हिज होल डिस्क्रिशन कम्स इनटू प्ले। ਜਦੋਂ ਪੂਰੀ ਦੀ ਪੂਰੀ ਸਰਕਾਰ ਕਿਸ ਦੀ ਬਣਾਣੀ ਹੈ, ਕਿਸ ਨੂੰ ਤੁਸੀਂ ਮੌਕਾ ਦੇਣਾ ਵੀ ਹਾਂਜੀ ਤੁਸੀਂ ਪੇਸ਼ਕਸ਼ ਕਰੋ ਤੇ ਤੁਹਾਡੀ ਸਰਕਾਰ ਬਣਦੀ ਹੈ, ਫਿਰ ਤੁਸੀਂ ਫਲੋਰ ਆਫ ਦਾ ਹਾਊਸ ਦੇ ਉੱਤੇ ਆਪਣਾ ਬਹੁਮਤ ਸਥਾਪਿਤ ਕਰਿਓ। ਇਸ ਤਰੀਕੇ ਦੀ ਜਦੋਂ ਸਥਿਤੀਆਂ ਬਣਦੀਆਂ ਨੇ, ਕੋਐਲੀਸ਼ਨ ਸਰਕਾਰਾਂ ਦਾ ਯੁੱਗ ਆ ਗਿਆ ਹੈ ਨਾ, ਉਹਦੇ ਵਿੱਚ ਕੋਈ ਕਿਸੇ ਤੋਂ ਸਪੋਰਟ ਵਾਪਸ ਲੈ ਰਿਹਾ, ਕੋਈ ਕਿਸ ਨੂੰ ਦੇ ਰਿਹਾ। ਸੋ ਗਵਰਨਰ ਦੇ ਇੱਕ ਬੜੀ ਵੱਡੀ ਭੂਮਿਕਾ ਹੈ। ਅਦਰਵਾਈਜ਼ ਜੇ ਤੁਸੀਂ ਗਵਰਨਰ ਦੇ ਇਸ ਆਫਿਸ ਨੂੰ ਕੱਢ ਦੋਗੇ, ਹਾਲਾਂਕਿ ਇਹ ਚੀਜ਼ ਅਜਿਹੀ ਨਹੀਂ ਹੈ ਵੀ ਇਹਨੇ ਹਰ ਦੂਸਰੇ ਚੌਥੇ ਸਾਲ ਇਹ ਪ੍ਰੋਬਲਮ ਨੇ ਆਣਾ ਹੈ, ਲੇਕਿਨ ਉਸ ਪਰਟੀਕੂਲਰ ਸਿਚੁਏਸ਼ਨ ਲਈ ਗਵਰਨਰ ਨੂੰ ਰੱਖਿਆ ਗਿਆ ਹੈ। ਲੇਕਿਨ ਉਹਦੇ ਵਿੱਚ ਵੀ ਹੁਣ ਇਹ ਦੇਖਿਆ ਜਾ ਰਿਹਾ ਕਿ ਗਵਰਨਰ ਦਾ ਪਰਪਸ ਹੀ ਹੈ ਕਿ ਸੈਂਟਰ ਗਵਰਨਮੈਂਟ ਦਾ ਪੱਖ ਪੂਰੇਗਾ। ਬਿਲਕੁਲ। ਐਂਡ ਮੇਬੀ ਦੈਟ ਵਾਸ ਦ ਇੰਟੈਂਟ ਕਿ ਤੁਸੀਂ ਗਵਰਨਰ ਦੇ ਜ਼ਰੀਏ ਕੰਟਰੋਲ ਕਰੋ, ਸਟੇਟਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ, ਲੇਕਿਨ ਉਹ ਕੰਟਰੋਲਿੰਗ ਦਾ ਜਿਹੜਾ ਲੈਵਲ ਹੈ ਉਹ ਇੰਟਰਫੇਰੈਂਸ ਦੇ ਪੱਧਰ ਤੇ ਨਾ ਆਏ। ਠੀਕ ਹੈ, ਤੁਸੀਂ ਸਰਕਾਰ ਕਦੇ ਨਾਜ਼ੁਕ ਸਥਿਤੀ ਆ ਗਈ, ਇੱਕ ਬਹੁਤ ਡੈਲੀਕੇਟ ਬੈਲੈਂਸ ਆਫ ਪਾਵਰ ਹੈ, ਉਹਦੇ ਵਿੱਚ ਇਕੁਏਸ਼ਨਸ ਇੱਧਰ ਉੱਧਰ ਹੋ ਰਹੀਆਂ ਨੇ, ਤਾਂ ਗਵਰਨਰ ਦੀ ਭੂਮਿਕਾ ਸਹੀ ਮਾੜੀ ਚੰਗੀ ਗਲਤ ਉਹ ਸਾਰਾ ਇੱਕ ਵੱਖਰਾ ਇਸ਼ੂ ਹੈ। ਸੋ ਦੈਟ ਇਜ਼ ਅ ਕੁਐਸਚਨ। ਬਟ ਉਹ ਗੱਲ ਠੀਕ ਹੈ ਕਿ ਗਵਰਨਰ ਨੇ ਕਰਨਾ ਕੀ ਹੁੰਦਾ, ਫਿਰ ਇੱਕ ਐਡਾ ਵੱਡਾ ਰਾਜ ਭਵਨ ਦਿੱਤਾ ਜਾਂਦਾ ਉਸਨੂੰ, ਉਹ 5 ਸਾਲ ਪੂਰਾ ਸਟੇਟ ਦੇ ਸਿਰ ਉੱਤੇ ਬਿੱਲ ਵੀ ਫਾੜਦਾ ਹੈ, ਐਡਾ ਅਮਲਾ ਜਮਲਾ ਪੂਰਾ ਪ੍ਰੋਟੋਕੋਲ ਸਾਰਾ ਸਿਸਟਮ, ਲੈਣਾ ਦੇਣਾ ਕੁਛ ਨਹੀਂ, ਸਿਰਫ ਰਿਬਨ ਕੱਟਣੇ, ਗੁਲਦਸਤੇ ਲੈਣੇ, ਗੁਲਦਸਤੇ ਦੇਣੇ, ਇਹ ਕੰਮ ਹੈ ਗਵਰਨਰ ਦਾ। ਲੇਕਿਨ ਠੀਕ ਹੈ, ਚਲੋ ਇਸ ਕਿਸਮ ਦੇ ਜਿਵੇਂ ਗਵਰਨਰ ਜੇ ਥੋੜ੍ਹਾ ਬਹੁਤ ਇਹੋ ਜਿਹੇ ਬੰਦਿਆਂ ਤੋਂ ਕੰਮ ਲੈ ਵੀ ਲਿਆ ਜਾਏ ਜੋ ਬਾਰਡਰ ਇਲਾਕਿਆਂ ਦੇ ਵਿੱਚ ਜਾ ਰਿਹਾ ਹੈ, ਤਾਂ ਮੈਨੂੰ ਲੱਗਦਾ ਕਿ ਠੀਕ ਹੈ, ਐਜ਼ ਲੌਂਗ ਐਜ਼ ਕਿ ਸਟੇਟ ਗਵਰਨਮੈਂਟ ਦੇ ਕੌਨਫੀਡੈਂਸ ਦੇ ਨਾਲ, ਸਟੇਟ ਗਵਰਨਮੈਂਟ ਦੀ ਅੰਡਰਸਟੈਂਡਿੰਗ ਦੇ ਨਾਲ ਗਵਰਨਰ ਕੁਝ ਕੰਮ ਜੇ ਕਰਨਾ ਚਾਹ ਰਿਹਾ ਉਸਨੂੰ ਕਰ ਲੈਣ ਦੇਣੇ ਚਾਹੀਦੇ ਨੇ। ਬਟ ਗਵਰਨਰ ਜੇ ਆਪਣੇ ਹੀ ਮਰਜ਼ੀ ਦੇ ਨਾਲ ਤੁਰਿਆ ਫਿਰੇ, ਉਹ ਇਹ ਕਹੇ ਕਿ ਨਹੀਂ ਸਟੇਟ ਦੀ ਅਥਾਰਟੀ ਕੁਝ ਨਹੀਂ ਹੈ, ਦੇਖੋ ਚੁਣ ਕੇ ਲੋਕਾਂ ਨੇ ਚੀਫ ਮਿਨਿਸਟਰ ਨੂੰ ਭੇਜਿਆ ਤੇ ਗਵਰਨਰ ਨੂੰ ਕੋਈ ਹੱਕ ਨਹੀਂ ਇਸ ਤਰੀਕੇ ਦੇ ਨਾਲ ਆਉਂਦਾ। ਹਾਂ ਠੀਕ ਹੈ, ਮੈਂ ਮੰਨਦਾ ਵੀ ਜਿਵੇਂ ਇੱਕ ਤੋਂ ਭਲੇ ਦੋ, ਠੀਕ ਹੈ ਨਾ, ਜੇ ਚੀਫ ਮਿਨਿਸਟਰ ਕਾਫੀ ਬਿਜ਼ੀ ਹੈ, ਉਹਦੇ ਬਹੁਤ ਜ਼ਿੰਮੇਵਾਰੀਆਂ ਨੇ, ਕੁਝ ਪੱਖਾਂ ਦਾ ਧਿਆਨ ਜੇ ਗਵਰਨਰ ਰੱਖਣਾ ਚਾਹੇ ਰੱਖਣਾ ਚਾਹੀਦਾ, ਲੇਕਿਨ ਉਹ ਤਾਂ ਹੀ ਹੋਵੇ ਜੇ ਸਟੇਟ ਗਵਰਨਮੈਂਟ ਮਹਿਸੂਸ ਕਰਦੀ ਹੈ। ਜੇ ਸਟੇਟ ਗਵਰਨਮੈਂਟ ਨੂੰ ਕੋਈ ਇੰਟਰਸਟ ਨਹੀਂ ਹੈ ਗਵਰਨਰ ਦੇ ਵਿੱਚ, ਠੀਕ ਹੈ, ਉਹਦੀ ਕੌਨਸਟੀਟਿਊਸ਼ਨਲ ਇੱਕ ਵੈਲਿਡਿਟੀ ਹੈ, ਉਹ ਸੰਵਿਧਾਨਿਕ ਜਦੋਂ ਹਾਲਾਤ ਬਣਨਗੇ, ਜਦੋਂ ਅਜਿਹੀ ਕੋਈ ਆਪਾਤਕਾਲ ਦੀ ਸਥਿਤੀ ਆਏਗੀ ਤਾਂ ਤੁਹਾਨੂੰ ਫਿਰ ਗਵਰਨਰ ਚਾਹੀਦਾ। ਫਿਰ ਤੁਸੀਂ ਉਸ ਵਕਤ ਨਹੀਂ ਨਾਲ ਦੇ ਨਾਲ ਅਪਾਇੰਟ ਕਰਕੇ ਇਹ ਫੈਸਲਾ ਲੈ ਸਕਦੇ ਕਿ ਨਹੀਂ ਜੀ ਹੁਣ ਆਪਾਂ ਨੂੰ ਇੱਕ ਕ੍ਰਾਈਸਿਸ ਸਿਚੁਏਸ਼ਨ ਆ ਗਈ ਹੈ ਤੇ ਉਸ ਦੇ ਵਿੱਚ ਗਵਰਨਰ ਵਿਲ ਡਿਸਾਈਡ। ਆਈਡਲੀ ਜਦੋਂ ਇਸ ਤਰੀਕੇ ਦੀ ਘਟਨਾਵਾਂ ਹੁੰਦੀਆਂ ਨੇ, ਯੂਜੂਅਲੀ ਤਾਂ ਇਲੈਕਟੋਰਲ ਮੈਟਰਸ ਹੀ ਹੁੰਦੇ ਨੇ, ਉਹ ਵੀ ਸਰਕਾਰ ਨੂੰ ਬਣਾਉਣਾ ਜਾਂ ਡੇਗਣਾ, ਇਹੀ ਕੰਮ ਹੁੰਦਾ ਹੈ। ਬਾਕੀ ਸਭ ਕੰਮਾਂ ਲਈ ਤਾਂ ਇਲੈਕਸ਼ਨ ਕਮਿਸ਼ਨ ਬੈਠਾ ਹੈ, ਅਦਾਲਤਾਂ ਬੈਠੀਆਂ ਨੇ, ਲੇਕਿਨ ਉਹ ਇੱਕ ਕ੍ਰਿਟੀਕਲ ਮੌਕਾ ਹੁੰਦਾ ਜਦੋਂ ਗਵਰਨਰ ਦੀ ਤਾਕਤ ਐਡੀ ਜ਼ਿਆਦਾ ਹੁੰਦੀ ਹੈ ਕਿ ਉਹ ਕਿਸੇ ਵੀ ਸਰਕਾਰ ਨੂੰ ਬਣਾ ਸਕਦਾ ਹੈ, ਚਾਹੇ ਤਾਂ ਬਹੁਮਤ ਵਾਲੀ ਸਰਕਾਰ ਜਿਹਦੇ ਕੋਲ ਜ਼ਿਆਦਾ ਬਹੁਮਤ ਨਹੀਂ, ਜਿਹਦੇ ਕੋਲ ਜ਼ਿਆਦਾ ਗਿਣਤੀ ਹੋਵੇ ਤੇ ਬਹੁਮਤ ਦੇ ਵਿੱਚ ਨਾ ਹੋਵੇ, ਉਸ ਨੂੰ ਮੌਕਾ ਨਾ ਦੇਵੇ, ਕਿਸੇ ਹੋਰ ਛੋਟੀ ਧਿਰ ਨੂੰ ਮੌਕਾ ਦੇ ਦੇ, ਹਾਰਸ ਟ੍ਰੇਡਿੰਗ ਦਾ ਇੱਕ ਆਧਾਰ ਪੈਦਾ ਕਰ ਦੇ। ਸੋ ਇਸ ਤਰੀਕੇ ਦੀਆਂ ਬਹੁਤ ਮਤਲਬ ਬਹੁਤ ਸਥਿਤੀਆਂ ਹੋ ਸਕਦੀਆਂ ਨੇ। ਸੋ ਮੈਂ ਤਾਂ ਨਹੀਂ ਕਹਾਂਗਾ ਕਿ ਗਵਰਨਰ ਦੇ ਜਿਹੜਾ ਆਫਿਸ ਹੈ, ਕਿਉਂਕਿ ਕਦੇ ਇਹੋ ਜਿਹਾ ਕਲੈਸ਼ ਆਇਆ ਨਹੀਂ ਨਾ, ਇਹ ਪਿਛਲੇ ਜਿਵੇਂ ਤੁਸੀਂ ਕਹਿ ਰਹੇ ਹੋ ਮੇਬੀ ਫਿਊ ਈਅਰਸ ਡਾਊਨ ਦ ਲੇਨ ਇਹ ਚੀਜ਼ਾਂ ਵਧੀਆਂ ਨੇ। ਜਾਂ ਤਾਂ ਸੈਂਟਰ ਗਵਰਨਮੈਂਟ ਨੇ ਜ਼ਿਆਦਾ, ਦੇਖੋ ਇੰਨੀਆਂ ਸਰਕਾਰਾਂ ਰਹੀਆਂ 50-60 ਸਾਲ ਤੱਕ ਤਾਂ ਇਹ ਕੋਈ ਪ੍ਰੋਬਲਮ ਆਈ ਨਹੀਂ, 60-65 ਸਾਲ ਤੱਕ ਗਵਰਨਰ ਨੂੰ ਆਪਣੀ ਹੱਦਾਂ ਦਾ ਪਤਾ ਸੀ। ਮੈਂ ਤਾਂ ਕੋਈ ਪਹਿਲਾ ਪੰਜਾਬ ਦਾ ਗਵਰਨਰ ਦੇਖਿਆ ਜੋ ਇਸ ਤਰੀਕੇ ਦੇ ਨਾਲ ਭਿੜ ਰਿਹਾ। ਦੇਰ ਹੈਜ਼ਨਟ ਬੀਨ ਅ ਸਿੰਗਲ ਗਵਰਨਰ। ਐਡੇ ਵੱਡੇ ਕੰਟਰੋਵਰਸ਼ੀਅਲ ਇੱਥੇ ਬਿੱਲ ਪਾਸ ਕਰਤੇ ਗਏ। ਯੂ ਵਾਂਟ ਇਮੈਜਿਨ 2005 ਦੇ ਵਿੱਚ ਜਦੋਂ ਪੰਜਾਬ ਨੇ ਇੱਕ ਪਾਣੀਆਂ ਦੀ ਯਾਨੀ ਕਿ ਦਰਿਆਈ ਜਿਹੜੇ ਪਾਣੀ ਹੈਗੇ ਨੇ ਵਾਟਰ ਟ੍ਰੀਟੀਜ਼ ਨੂੰ ਐਗਰੀਮੈਂਟ ਨੂੰ ਐਨਲ ਕਰਤਾ, ਰਿਸਾਈਨ ਕਰਤਾ, ਵਿਚ ਵਾਜ਼ ਅ ਹਿਸਟੋਰਿਕ ਡਾਕੂਮੈਂਟ। ਇੱਕ ਇਤਿਹਾਸਿਕ ਹੋਇਆ ਐਗਰੀਮੈਂਟ ਨੂੰ ਪੰਜਾਬ ਦੇ ਵਿੱਚ ਮਤਾ ਲਿਆ ਕੇ ਕੈਪਟਨ ਅਮਰਿੰਦਰ ਸਿੰਘ ਨੇ SYL ਦਾ ਪਾਣੀ ਨਾ ਦੇਣ ਦੇ ਚੱਕਰ ਦੇ ਵਿੱਚ, ਕਿਉਂਕਿ ਸੁਪਰੀਮ ਕੋਰਟ ਦਾ ਆਰਡਰ ਸੀ ਤੁਹਾਨੂੰ ਉਹ ਕਾਨੂੰਨ ਪਾਸ ਕਰਕੇ ਹੀ ਉਸ ਚੀਜ਼ ਨੂੰ ਅੱਗੇ ਟਾਲਿਆ ਜਾ ਸਕਦਾ ਸੀ। ਸੋ ਇਹਨਾਂ ਨੇ ਕਰਤਾ, ਵਿਚ ਵਾਜ਼ ਅਨਕਨਸਟੀਟਿਊਸ਼ਨਲ ਟੂ ਐਨ ਐਕਸਟੈਂਟ, ਰਾਈਟ। ਬਟ ਨੈਵਰਦਲੈਸ ਵਿਧਾਨ ਸਭਾ ਦੀ ਪਾਵਰ ਸੀ। ਸੋ ਦੱਸਿਆ ਜਾਂਦਾ ਵੀ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਟੁਕ ਅ ਸਟੈਂਡ ਐਂਡ ਉਹਨਾਂ ਨੇ ਕੰਸਲਟ ਵੀ ਨਹੀਂ ਕੀਤਾ ਆਪਣੀ ਗਵਰਨਮੈਂਟ। ਮਨਮੋਹਨ ਸਿੰਘ ਵਾਜ਼ ਦ ਪ੍ਰਾਈਮ ਮਿਨਿਸਟਰ, ਸੋਨੀਆ ਗਾਂਧੀ ਵਾਜ਼ ਦ UPA ਚੇਅਰਪਰਸਨ, ਰਾਈਟ। ਬਟ ਉਹਨਾਂ ਨੇ ਕਰਤਾ। ਬਾਅਦ ਦੇ ਵਿੱਚ ਬੜਾ ਪਾਰਲੀਮੈਂਟ ਦੇ ਵਿੱਚ ਹੰਗਾਮਾ ਹੋਇਆ ਕਿ ਆਹ ਪੰਜਾਬ ਨੇ ਕੀ ਕਰਤਾ, ਤੁਸੀਂ ਕਿਵੇਂ ਇੱਕ ਬਾਇਲੈਟਰਲ ਜਾਂ ਜਿਹੜੀ ਇੰਟਰਸਟੇਟ ਐਗਰੀਮੈਂਟ ਨੂੰ ਕਿਵੇਂ ਰੱਦ ਕਰ ਸਕਦੇ ਹੋ। ਐਂਡ ਦੈਨ ਦ ਮੈਟਰ ਵੈਂਟ ਔਨ ਟੂ ਸੁਪਰੀਮ ਕੋਰਟ ਦੀ ਕੌਨਸਟੀਟਿਊਸ਼ਨੈਲਿਟੀ ਨੂੰ ਗਲਤ ਪਾਇਆ ਗਿਆ ਐਂਡ ਆਲ ਦੈਟ ਥਿੰਗਸ ਹੈਪਨ। ਬਟ ਕਈ ਸਾਲ ਲਟਕਾਤਾ।
ਸੋ ਅਜਿਹੀ ਘਟਨਾਵਾਂ ਵੀ ਹੋਈਆਂ। ਉਸ ਵਕਤ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਐਨਾਲਮੈਂਟ ਆਫ ਰਿਵਰ ਐਗਰੀਮੈਂਟ ਕੀਤਾ ਗਿਆ ਤੇ ਮੁੱਖ ਮੰਤਰੀ ਵਾਜ਼ ਕੈਪਟਨ ਅਮਰਿੰਦਰ ਸਿੰਘ, ਆਪੋਜੀਸ਼ਨ ਲੀਡਰ ਵਾਜ਼ ਪ੍ਰਕਾਸ਼ ਸਿੰਘ ਬਾਦਲ ਐਂਡ ਦੈਨ ਇੱਕ ਦੋ ਹੋਰ ਲੀਡਰ ਸੀਗੇ। ਸਾਰੇ ਲੀਡਰ ਇਕੱਠੇ ਹੋ ਕੇ ਗਵਰਨਰ ਕੋਲ ਗਏ। ਓਪੀ ਵਰਮਾ ਵਾਜ਼ ਦਾ ਲੀਡਰ, ਦ ਗਵਰਨਰ ਉਸ ਵਕਤ, ਤੇ ਗਵਰਨਰ ਨੇ ਉਹਨਾਂ ਨੂੰ ਲੈ ਲਿਆ, ਉਹਨਾਂ ਦਾ ਕਾਨੂੰਨ ਲੈ ਕੇ ਰੱਖ ਲਿਆ ਆਪਣੇ ਕੋਲ ਐਂਡ ਦੈਨ ਹੀ ਸੈਂਟ ਇਟ ਫॉर ਦ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ। ਹੁਣ ਇਸ ਕੇਸ ਦੇ ਵਿੱਚ ਵੀ ਜਿਹੜੇ ਕਾਨੂੰਨ ਭੇਜੇ ਗਏ ਨੇ, ਗਵਰਨਰ ਨੇ ਜਿਹੜੀ ਚਿੱਠੀ ਸ਼ਾਰਟ ਬੈਕ ਕੀਤੀ ਹੈ ਭਗਵੰਤ ਮਾਨ ਨੂੰ, ਉਸ 'ਚ ਉਹਨਾਂ ਨੇ ਕਿਹਾ ਕਿ ਮੈਂ ਸੋਚ ਰਿਹਾ ਕਿ ਮੈਂ ਇਸ ਨੂੰ ਵਾਪਸ ਕਰਾਂ, ਤੁਹਾਨੂੰ ਰੱਦ ਕਰਦਾ, ਔਰ ਸ਼ੁਡ ਆਈ ਸੈਂਡ ਇਟ ਟੂ ਦ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਤਾਂ ਕਿ ਉਹਦੀ ਕਨਸਟੀਟਿਊਸ਼ਨਲ ਵੈਲਿਡਿਟੀ ਚੈੱਕ ਕੀਤੀ ਜਾਏ। ਕਿਉਂਕਿ ਬਹੁਤ ਸੀ ਚੀਜ਼ਾਂ ਭਗਵੰਤ ਮਾਨ ਸਰਕਾਰ ਆਪਣੀ ਹੱਦਾਂ ਤੋਂ ਬਾਹਰ ਜਾ ਕੇ ਵੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਹੜੀਆਂ ਕਿ ਚੀਜ਼ਾਂ ਉਹਨਾਂ ਨੂੰ ਕਰਨੀਆਂ ਨਹੀਂ ਚਾਹੀਦੀਆਂ। ਇਹ ਜ਼ਰੂਰੀ ਨਹੀਂ ਕਿ ਤੁਸੀਂ ਕਾਨੂੰਨੀ ਤੌਰ ਤੇ ਜੇ ਕੁਝ ਕਰ ਸਕਦੇ ਹੋ ਤਾਂ ਤੁਸੀਂ ਕਰ ਲਓ, ਉਹਦੇ ਪਿੱਛੇ ਤੁਹਾਨੂੰ ਚੀਜ਼ਾਂ ਨੂੰ ਵੈਲੀਡੇਟ ਕਰਨਾ ਪੈਂਦਾ ਹੈ। ਜਿਵੇਂ ਕਿ ਗੁਰਦੁਆਰਾ ਐਕਟ ਦੇ ਵਿੱਚ ਸੋਧ ਦਾ ਬਿਲਕੁਲ ਇੱਕ ਪੇਟੈਂਟਲੀ ਗਲਤ ਡਿਸੀਜਨ ਹੈ, ਗਵਰਨਮੈਂਟ ਕੁਡਨਟ ਹੈਵ ਟੇਕਨ ਇਟ, ਇਹਨਾਂ ਨੂੰ ਨਹੀਂ ਲੈਣਾ ਚਾਹੀਦਾ ਸੀ, ਖਾਸ ਕਰਕੇ ਐਸਜੀਪੀਸੀ ਦੀ ਸਹਿਮਤੀ ਤੋਂ ਬਗੈਰ। ਉਹ ਇੱਕ ਵੱਖਰਾ ਇਸ਼ੂ ਹੈ ਕਿ ਐਸਜੀਪੀਸੀ ਮੁੱਦਾ ਗੁਰਬਾਣੀ ਦੇ ਪ੍ਰਸਾਰਣ ਦਾ ਹੈ, ਐਸਜੀਪੀਸੀ ਦੀ ਆਪਣੀ ਭੂਮਿਕਾ ਬਹੁਤ ਨੈਗੇਟਿਵ ਹੈ। ਐਸਜੀਪੀਸੀ ਇੱਕ ਪਾਰਟੀਸਨ ਰੋਲ ਪਲੇ ਕਰ ਰਹੀ ਹੈ। ਸੁਖਬੀਰ ਸਿੰਘ ਬਾਦਲ ਦੇ ਚੈਨਲ ਦੇ ਉੱਤੇ ਗੁਰਬਾਣੀ ਨੂੰ, ਰਾਈਟਸ ਨੂੰ ਕੰਟੀਨਿਊ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ। ਇਸ ਵਕਤ ਪੂਰੀ ਦੀ ਪੂਰੀ ਮੁਹਿੰਮ ਚੱਲਦੀ ਪਈ ਹੈ ਤੇ ਇਸੇ ਚੀਜ਼ ਨੂੰ ਕਾਊਂਟਰ ਕਰਨ ਲਈ ਭਗਵੰਤ ਮਾਨ ਨੇ ਕਾਨੂੰਨ ਲਿਆਉਣ ਦੀ ਲੋੜ ਸਮਝੀ। ਅਦਰਵਾਈਜ਼ ਗੁਰਬਾਣੀ ਪ੍ਰਸਾਰਣ ਤੋਂ ਇਲਾਵਾ ਹੋਰ ਕੋਈ ਅਜਿਹਾ ਇਸ ਕਾਨੂੰਨ ਦੇ ਵਿੱਚ ਤਰਮੀਮ ਨਹੀਂ ਹੈ ਜੋ ਤੁਸੀਂ ਕਰਨਾ ਚਾਹ ਰਹੇ ਹੋ। ਸੋ ਇਟ ਇਜ਼ ਜਸਟ ਬਿਕਾਜ਼ ਆਫ ਦਿਸ ਪ੍ਰਸਾਰਣ ਔਰ ਦ ਟੈਲੀਕਾਸਟ ਰਾਈਟਸ। ਲੇਕਿਨ ਉਹ ਚੀਜ਼ ਕਰਨੀ ਨਹੀਂ ਚਾਹੀਦੀ ਸੀ ਜੇ ਐਸਜੀਪੀਸੀ ਦੀ ਸਹਿਮਤੀ ਨਾ ਹੁੰਦੀ। ਤੇ ਸਵਾਲ ਇਹ ਵੀ ਉੱਠਦਾ ਵੀ ਜੇ ਐਸਜੀਪੀਸੀ ਵੀ ਪਾਰਟੀਸਨ ਰੋਲ ਪਲੇ ਕਰ ਰਹੀ ਹੈ ਤਾਂ ਫਿਰ ਕਰੇ ਕੌਣ? ਐਟਲੀਸਟ ਸਰਕਾਰ ਨਾ ਕਰੇ। ਇਹ ਮੁੱਦੇ ਨੂੰ ਪੋਲੀਟੀਕਲੀ ਹੈਂਡਲ ਕੀਤਾ ਜਾਵੇ ਜਿਵੇਂ ਵੀ, ਪਰ ਤੁਸੀਂ ਇਹ ਨਹੀਂ ਕਿ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬਣਾਓ, ਉਹਦੇ ਵਿੱਚ ਇੱਕ ਕਾਨੂੰਨ ਲਿਆਓ ਜਿਸ ਨੂੰ ਕਿ ਬਾਅਦ ਦੇ ਵਿੱਚ ਗਵਰਨਰ ਹੀ ਕਿੰਤੂ ਪਰੰਤੂ ਕਰਦੇ, ਤੇ ਤੁਸੀਂ ਤਾਂ ਇੱਕ ਨਹੀਂ ਬਲਕਿ ਤਿੰਨ ਤਿੰਨ ਚਾਰ ਚਾਰ ਲੈ ਕੇ ਆ ਗਏ। ਸੋ ਜੇ ਦੂਸਰੇ ਪਾਸਿਓਂ ਇੱਕ ਆਪੋਜੀਸ਼ਨ ਹੋ ਰਹੀ ਹੈ ਤਾਂ ਇਧਰੋਂ ਸਿੰਘ ਵਸਾਣ ਦੇ ਵਿੱਚ ਇਹ ਵੀ ਪਿੱਛੇ नहीं है, तो कई थान देते यू आर नॉट ऑन द राइट साइड ऑफ द लॉ। हाँ, जैसे मैंने ये सवाल इसलिए पूछा था कि गवर्नर्स ऑफिस का बहुत क्रिटिसिज्म हुआ है रिसेंटली, जब अब जैसे सत्यपाल मलिक फॉर्मर जम्मू एंड कश्मीर गवर्नर, हालांकि वो इस इल्ज़ाम से अब इनकार करते हैं, लेकिन जब स्टेट असम्बली उन्होंने डिसॉल्व की थी, उन्होंने ये आर्ग्यूमेंट दिया था कि भाई महबूबा मुफ्ती की तरफ से उनके घर का फैक्स मशीन काम नहीं कर रहा था, तो चिट्ठी उनको नहीं मिली, जिस वजह से जो है उन्होंने डिसॉल्व कर दिया। डिसॉल्व हुआ और उसी वजह से जो है आप कह सकते हैं कि एज अ बैक डोर, थ्रू द बैक डोर, कि स्टेट का जो है वो असेंबली क्योंकि सेशन में नहीं था, वो डिसॉल्व हो चुका था, तो गवर्नर लेकिन उनका फायदा चुके ना उन्होंने, दे टुक एडवांटेज ऑफ द सिचुएशन। तो एब्रोगेशन हो गया 370 का आर्टिकल, तो ये एक तरीका नहीं, बट हाउ कैन द गवर्नर ओवरसीट? उसी वक्त फिर स्टैंड क्यों नहीं ले गए? दीज आर द क्वेश्चंस। लाइक वो तो ठीक है ना, ही इज आल्सो प्लेइंग अ पार्टीसन गेम। जब तक गवर्नरशिप मिली रही तब तक तो ही वाज हैविंग अ गुड फन, बट ਜਦੋਂ ਤੁਸੀਂ ਲੱਥ ਜਾਂਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਨਾਓ ਇਜ਼ ਮਾਈ ਟਾਈਮ ਟੂ ਬੀ ਅ ਵਿਸਲ ਬਲੋਅਰ, then you suddenly raise all these things, bring all these what you call skeletons out of the cupboard। जी जी, और उनका आर्गुमेंट भी बिल्कुल भी कन्विंसिंग नहीं था कि मेरे घर का फैक्स मशीन खराब था, मुझे चिट्ठी नहीं मिली। ਐਵੇਂ ਹੁੰਦਾ ਜਦੋਂ ਦੇਸ਼ ਸਰਕਾਰਾਂ ਗਿਰ ਰਹੀਆਂ ਹੁੰਦੀਆਂ ਨੇ ਨਾ, ਕੋਈ ਇਹੋ ਜਿਹੀ ਹੋਏਗੀ ਵੀ ਮੈਨੂੰ ਫੋਨ ਨਹੀਂ ਸੁਣਿਆ, ਮੇਰੇ ਫੋਨ ਦਾ ਸਿਗਨਲ ਨਹੀਂ ਸੀਗਾ, ਮੈਨੂੰ ਫੈਕਸ ਨਹੀਂ ਮਿਲਿਆ, ਪਤਾ ਲੱਗੇ ਉਧਰ ਸਰਕਾਰ ਗਿਰ ਗਈ ਹੈ, ਸਰਕਾਰ ਬਣ ਗਈ, आर्टिकल 370 एब्रोगेट करता, तो तुसी कह रहे हो भी मेरा फैक्स नहीं चलता पैसे। सो दिस इज वेरी रिडिकुलस। हाँ, एक बिग पिक्चर सवाल मैं आपसे ज़रूर पूछना चाहूँगा, वो ये कि क्योंकि हम देख रहे हैं, चलिए हर गवर्नमेंट का एक अपना एक रीज़न होता है, और वो कॉन्फ्लिक्ट्स जो हैं गवर्नर और चीफ मिनिस्टर के बीच, उसके भी शायद अलग अलग कॉन्टेक्स्ट हों, लेकिन जो बिग पिक्चर जो दिखाई दे रहा है कि स्टेट जो है इंडिया का, जो सेंटर है, वो बहुत ज़्यादा पावरफुल हो गया है पिछले कुछ सालों में, और ये स्टेट अपॉइंटीज़ जो हैं वो उस स्टेट को ही, जो सेंटर को ही जो है और भी ज़्यादा ताकतवर बना रहे हैं, और हर इलेक्टेड गवर्नमेंट को अगर वो स्टेट जो सेंटर का फ़लसफ़ा है उसके अगर वो उससे अगर अलाइन नहीं है तो वहाँ पे फिर जाके गड़बड़ कर रहे हैं, उसको हटाने की कोशिश कर रहे हैं। तो ये क्या आपको दिख रहा है कि और आने वाले वक्त में आपको लगता है कि और बढ़ेगा ही? ਇਹ ਦੇਖੋ, ਇਹਦੀ ਜ਼ਿੰਮੇਵਾਰੀ ਸੈਂਟਰ ਗਵਰਨਮੈਂਟ ਕੋਲ ਹੈ। ਸੈਂਟਰ ਮਤਲਬ ਕਿ ਗਵਰਨਮੈਂਟ ਆਫ ਇੰਡੀਆ ਕੋਲ, ਦੈਟ ਦੇ ਸ਼ੁੱਡ ਜਿਹੜੀ ਕਨਸਟੀਟਿਊਸ਼ਨਲ ਵੈਲਿਊਜ਼ ਦੀਆਂ ਕਦਰਾਂ ਕੀਮਤਾਂ, ਫੈਡਰਲ ਸੰਘੀ ਢਾਂਚਾ ਜਿਸ ਨੂੰ ਕਿਹਾ ਜਾਂਦਾ ਹੈ, ਫੈਡਰਲ ਫੈਬਰਿਕ ਔਰ ਦਾ ਫੈਡਰਲ ਸਟਰਕਚਰ ਸ਼ੁੱਡ ਹੈਵ ਅ ਸੈਂਕਟਿਟੀ ਵਿਚ ਸ਼ੁੱਡ ਬੀ ਰਿਟੇਨਡ। ਉਹਦੇ ਵਿੱਚ ਛੇੜਛਾੜ ਨਹੀਂ ਹੋਣੀ ਚਾਹੀਦੀ। ਇਹ ਸੈਂਟਰ ਗਵਰਨਮੈਂਟ ਜਾਂ ਗਵਰਨਮੈਂਟ ਆਫ ਇੰਡੀਆ ਦੀ ਜ਼ਿੰਮੇਵਾਰੀ ਹੈ। ਸੋ ਜੇ ਉਹ ਕਰ ਰਹੇ ਨੇ तो एक संविधान ਦੇ ਜਾਂ ਫੈਡਰਲ ਢਾਂਚੇ ਦੇ ਨਾਲ ਛੇੜਛਾੜ ਕਰ ਰਹੇ ਨੇ, ਵਿਚ ਇਜ਼ ਨਾਟ ਵੈਰੀ ਗੁੱਡ। ਇਹ ਨਹੀਂ ਹੋਣਾ ਚਾਹੀਦਾ, ਸਿੰਪਲ ਐਜ਼ ਦੈਟ। ਕਿਉਂਕਿ ਤੁਸੀਂ ਸਟੇਟ ਦੇ ਕੰਮ ਦੇ ਵਿੱਚ ਇੰਟਰਫੇਅਰ ਕਰ ਰਹੇ ਹੋ, ਜਾਂ ਠੀਕ ਹੈ ਜਿੱਥੇ ਦਾ ਮੰਨ ਲਓ ਹੁਣ ਇਸ ਵਕਤ ਬੀਜੇਪੀ ਦੀ ਗਵਰਨਮੈਂਟ ਹੈ, ਸੋ ਬੀਜੇਪੀ ਰੂਲ ਸਟੇਟ ਦੇ ਵਿੱਚ ਤਾਂ ਉਹ ਕਦੇ ਵੀ ਮੁੱਖ ਮੰਤਰੀ ਰੌਲਾ ਨਹੀਂ ਪਾਏਗਾ, ਹੀ ਵਿਲ ਨੈਵਰ ਰੇਜ਼ ਦਾ ਫਲੈਗ।
ਲੇਕਿਨ ਜੇ ਕਿਸੇ ਹੋਰ ਆਪੋਜੀਸ਼ਨ ਦੀ ਹੈਗੀ ਤੇ ਉਹ ਕਿਉਂ ਨਹੀਂ ਪਾਏਗਾ। ਬਟ ਇਹ ਵੀ ਆਮ ਆਦਮੀ ਪਾਰਟੀ ਦੀ ਟਿਪੀਕੈਲਿਟੀ ਹੋ ਚੁੱਕੀ ਹੈ, ਜਾਂ ਫਿਰ ਰੀਜਨਲ ਪਾਰਟੀਆਂ ਜਿਹੜੀਆਂ ਕਾਫੀ ਜ਼ਿਆਦਾ ਸਟਰੋਂਗ ਹੈਡਡ ਲੀਡਰਸ ਨੇ, ਲਾਈਕ ਮਮਤਾ ਬੈਨਰਜੀ, ਹੁਣ ਉੱਥੇ ਕਲੈਸ਼ ਸ਼ੁਰੂ ਹੋਇਆ, ਕੇਰਲਾ ਦਾ ਤੁਸੀਂ ਜ਼ਿਕਰ ਕੀਤਾ, ਹੋਰ ਵੀ ਈਵਨ ਸਟੈਲਿਨ ਉਹਨਾਂ ਦੇ ਉਸ ਬਹੁਤ ਸੇ ਹੋਰ ਕੇਸਿਸ ਨੇ ਜਿਸ ਦੇ ਵਿੱਚ ਇਹ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਕਿ ਹੁਣ ਸੈਂਟਰ ਤੋਂ ਪ੍ਰੋਬਲਮ ਹੋ ਰਹੀ ਹੈ। ਤੇ ਕੁਝ ਹੱਦ ਤੱਕ ਯੈਸ ਯੂ ਆਰ ਰਾਈਟ ਕਿ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਅਸਰਸ਼ਨ ਹੈ ਜ਼ਿਆਦਾ ਹੋ ਰਹੀ ਹੈ, ਜਿੱਥੇ ਦੂਸਰੀ ਪਾਰਟੀਆਂ ਦੀ ਸਰਕਾਰਾਂ ਹੈਗੀਆਂ ਨੇ ਸਟੇਟ ਦੇ ਵਿੱਚ, ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਤੋਂ ਕੁਛ ਨਾ ਕੁਛ ਅੜਿੱਕਾ ਪਾਉਣ ਦੀਆਂ ਕੋਸ਼ਿਸ਼ਾਂ ਨੇ। ਦੇ ਆਰ ਟਰਾਈਂਗ ਟੂ ਟਿੰਕਰ ਵਿਦ ਦੇਅਰ ਪਾਵਰਸ, ਟਿੰਕਰ ਇਨਟੂ ਦੇਅਰ ਫੰਕਸ਼ਨੈਲਿਟੀ, ਵਿਚ ਇਜ਼ ਰੋਂਗ। ਇਹ ਨਹੀਂ ਹੋਣਾ ਚਾਹੀਦਾ। ਲੇਕਿਨ ਪੰਜਾਬ ਦੇ ਕੰਟੈਕਸਟ ਦੀ ਗੱਲ ਕਰਾਂਗਾ, ਇੱਥੇ ਜਿਹੜੇ ਵੀ ਟਕਰਾਅ ਹੋ ਰਹੇ ਨੇ ਉਹ ਕਿਸੇ ਮਤਲਬ ਅਜਿਹਾ ਇਸ਼ੂ ਨਹੀਂ ਹੈ ਕਿ ਸੈਂਟਰ ਹੀ ਧੱਕਾ ਕਰ ਰਿਹਾ ਤੇ ਤੁਹਾਡੇ ਵੱਲੋਂ, ਇੱਥੋਂ ਪ੍ਰੋਬਲਮਸ ਲੋਕਲ ਲੈਵਲ ਤੇ ਵੀ ਮਿਸਪਲੇਸਡ ਜਾਂ ਮਤਲਬ ਇੰਟੈਂਸ਼ਨਸ ਦੇ ਵਿੱਚ ਕੋਈ ਨਾ ਕੋਈ ਸਟੇਟ ਗਵਰਨਮੈਂਟ ਦੀ ਵੀ ਖਾਮੀ ਹੈ। ਠੀਕ ਹੈ ਨਾ, ਜੇ ਉਹ ਗਵਰਨਰ ਤੋਂ ਚਾਂਸਲਰ ਦੀਆਂ ਤਾਕਤਾਂ ਲੈਣਾ ਚਾਹ ਰਹੇ ਨੇ ਤਾਂ ਜਾਂ ਤਾਂ ਤੁਸੀਂ ਕੋਈ ਐਸਾ ਨਿਊਟਰਲ ਅਦਾਰਾ ਬਣਾ ਰਹੇ ਹੋ, ਤੁਸੀਂ ਕਹਿ ਰਹੇ ਨਹੀਂ ਜੀ ਉਹ ਤੋਂ ਲੈ ਕੇ ਤੁਹਾਡੇ ਤੋਂ ਖੋ ਕੇ ਮੈਂ ਲੈ ਲਾਂ ਬਿਕੋਜ਼ ਆਈ ਐਮ ਹੋਲੀਅਰ ਦੈਨ ਦਾਊ, ਦੈਟ ਇਜ਼ ਦ ਸੋਚ, ਹੈ ਨਾ। ਦੂਸਰੇ ਪਾਸੇ ਜਿਹੜਾ ਡੀਜੀਪੀ ਦੇ ਉਹ ਤਾਕਤਾਂ ਵਾਪਸ ਕਿਉਂ ਲੈ ਰਹੇ ਹੋ? ਇਟਸ ਅ ਵੈਲ ਇੰਟੈਂਸ਼ਨ ਪ੍ਰੋਸੈਸ, ਸੁਪਰੀਮ ਕੋਰਟ ਦਾ ਵੈਟਿਡ ਪ੍ਰੋਸੈਸ ਹੈ, ਸੁਪਰੀਮ ਕੋਰਟ ਨੇ ਤੈਅ ਕੀਤਾ ਹੈ। ਤੁਹਾਨੂੰ ਕੀ ਪ੍ਰੋਬਲਮ ਹੈ? ਤੁਹਾਡੇ 13-14 ਡੀਜੀਪੀ ਪੰਜਾਬ 'ਚ ਨੇ, ਉਹਨਾਂ 'ਚੋਂ ਤੁਸੀਂ 6 ਦਾ ਪੈਨਲ ਜਾਂ 7 ਦਾ ਪੈਨਲ ਭੇਜੋਗੇ ਤੇ ਉਹਨਾਂ 'ਚੋਂ ਵਾਪਸ 3 ਅਫਸਰਾਂ ਦਾ ਪੈਨਲ ਤੁਹਾਡੇ ਕੋਲ ਆਏਗਾ, ਉਸ ਤੋਂ ਤੁਸੀਂ ਇੱਕ ਅਫਸਰ ਚੁਣਨਾ ਹੈ ਜੋ ਕਿ ਡੀਜੀਪੀ ਹੋਏਗਾ। ਕਿ ਤੁਹਾਨੂੰ ਕੌਨਫੀਡੈਂਸ ਨਹੀਂ ਹੈ ਵੀ 3 ਵੀ ਅਫਸਰ ਜਾਂ 6 ਵੀ ਅਫਸਰ ਤੁਸੀਂ ਚੁਣ ਨਹੀਂ ਸਕਦੇ ਹੋ, ਤੇ ਉਹਦੇ ਵਿੱਚੋਂ ਜਿਹੜਾ ਤੁਸੀਂ ਫਾਈਨਲੀ ਤਾਂ ਤੁਸੀਂ ਡਿਸੀਜਨ ਲੈਣਾ। ਸੋ ਜਿਹੜਾ ਕਹਿੰਦੇ ਅੰਨੇ ਉਹ ਕਾਣਾ ਰਾਜਾ ਹੋਏਗਾ ਉਹਨੂੰ ਚੁਣ ਲਿਓ ਤੁਸੀਂ, ਹੈ ਨਾ, ਜੇ ਵਰਸਟ ਆਫ ਦਾ ਵਰਸਟ ਕੇਸ ਸਿਨੈਰੀਓ ਹੋਇਆ। ਬਟ ਨੈਵਰਦਲੈਸ ਇਟ ਇਜ਼ ਅ ਮੈਰਿਟ ਓਰੀਐਂਟਡ ਪ੍ਰੋਸੈਸ। ਤੁਸੀਂ ਉਸ ਦੇ ਨਾਲ ਖੇਡ ਕਰਨਾ ਚਾਹ ਰਹੇ, ਤੁਸੀਂ ਕਹੋ ਨਹੀਂ ਅਸੀਂ ਆਪਣਾ ਪੈਨਲ ਬਿਠਾਵਾਂਗੇ, ਉਹ ਸਾਡੇ ਜ਼ਿਆਦਾ ਬੰਦੇ ਹੋਣਗੇ, ਦੈਨ ਮੈਜੋਰਿਟੀ ਵਿਲ ਬੀ ਆਰਸ। ਐਂਡ ਸੇਮ ਫॉर ਐਸਜੀਪੀਸੀ। ਤੁਸੀਂ ਐਸਜੀਪੀਸੀ ਦੇ ਮਾਮਲਿਆਂ ਤੋਂ ਕੀ ਲੈਣਾ ਦੇਣਾ? ਵਾਟ ਇਜ਼ ਯੋਰ ਕੰਸਰਨ? ਠੀਕ ਹੈ ਨਾ, ਉਹ ਸਿੱਖਾਂ ਦਾ ਇਟਸ ਰਿਲੀਜੀਅਸ ਅਫੇਅਰਸ, ਔਰ ਉਹ ਉਸ ਦੀ ਰਾਜਨੀਤੀ ਇੱਕ ਖਾਮਖਾ ਇੱਕ ਬੜਾ ਵੱਡਾ ਸਿਆਸੀ ਮੁੱਦਾ ਅਕਾਲੀ ਦਲ ਦੇ ਹੱਥ ਵਿੱਚ ਫੜਾਤਾ। ਸੋ ਕੋਈ ਲੈਣਾ ਨਹੀਂ ਦੇਣਾ ਨਹੀਂ, ਤੇ ਉਧਰੋਂ ਗਵਰਨਰ ਤੁਹਾਨੂੰ ਲਤਾੜਦਾ ਪਿਆ, ਉਧਰੋਂ ਟਿਚਰਾਂ ਪੋਲੀਟੀਕਲ ਪਾਰਟੀਆਂ ਕਰਦੀਆਂ ਪਈਆਂ, ਤੁਸੀਂ ਬਹੁਤ ਪਵਿੱਤਰ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਤਾਂ ਬਹੁਤ ਬੇਚਾਰਾ ਹੈ, ਵਿਚ ਯੂ ਆਰ ਨਾਟ, ਰਾਈਟ। ਸੋ ਇੱਥੇ ਤੇ ਪ੍ਰੋਬਲਮ ਸਟੇਟ ਦੀ ਹੈ, ਲੇਕਿਨ ਯੂ ਆਰ ਰਾਈਟ ਕਿ ਸੈਂਟਰ ਗਵਰਨਮੈਂਟ ਵੀ ਆਪਣੀ ਲਿਮਿਟਸ ਨੂੰ ਕਿਤੇ ਨਾ ਕਿਤੇ ਕ੍ਰਾਸ ਕਰ ਰਿਹਾ। ਪੰਜਾਬ ਦੇ ਗਵਰਨਰ ਦੇ ਕੇਸ ਦੇ ਵਿੱਚ ਮੈਂ ਪਹਿਲਾਂ ਵੀ ਕਈ ਵਾਰ ਸ਼ਾਇਦ ਜ਼ਿਕਰ ਹੋਇਆ ਇਸੇ ਪਲੇਟਫਾਰਮ ਤੋਂ ਕਿ ਗਵਰਨਰ ਨੂੰ ਇਸ ਤਰੀਕੇ ਦਾ ਕੰਟੈਕਟ ਨਹੀਂ ਕਰਨਾ ਚਾਹੀਦਾ। ਬਹੁਤ ਸੀ ਚੀਜ਼ਾਂ ਦੇ ਉੱਤੇ ਕਨਫਰੰਟੇਸ਼ਨ ਅਵੋਇਡ ਕੀਤੀ ਜਾ ਸਕਦੀ ਹੈ। ਸਟੇਟ ਗਵਰਨਮੈਂਟ ਜੇ ਕੁਝ ਗਲਤ ਡਿਸੀਜਨ ਲੈ ਰਹੀ ਹੈ, ਬਹੁਤ ਸੀ ਚੀਜ਼ਾਂ ਕਾਨੂੰਨ ਤੇ ਅਦਾਲਤਾਂ ਨੇ ਸੈਟਲ ਆਪੇ ਕਰ ਦੇਣੀਆਂ ਨੇ। ਸੋ ਗਵਰਨਰ ਨੂੰ ਹਰ ਚੀਜ਼ ਦੇ ਵਿੱਚ ਖੜੇ ਮਤਲਬ ਆਇਰਨ ਵਾਲ ਬਣ ਕੇ ਖੜਨ ਦੀ ਲੋੜ ਨਹੀਂ ਕਿ ਨਾ ਮੈਂ ਰਾਖਾ ਬਣਿਆ। And very unfortunate, and for a border state it is even more worrisome ki governor and chief minister are at loggerheads. It's persistent recurring loggerhead, है ना। हर दूसरे चौथे हफ्ते बाद एक खबर आती है कि एक चिट्ठी लिखी, एक ट्वीट किया, and they are washing their dirty linen in public to the extent कि एक दूसरे ਦੇ ਪਬਲਿਕ ਬਿਆਨਾਂ ਦੇ ਜ਼ਰੀਏ ਇਹ ਵੀ ਇਲਜ਼ਾਮ ਲੱਗੇ ਗਵਰਨਰ ਨੇ ਕਿਹਾ ਕਿ ਤੁਸੀਂ ਤਾਂ ਜੀ ਮੈਨੂੰ ਤਾਂ ਟਵੀਟ ਦੇ ਜ਼ਰੀਏ ਪਤਾ ਲੱਗਾ ਕਿ ਤੁਸੀਂ ਮੈਨੂੰ ਕੋਈ ਚਿੱਠੀ ਲਿਖੀ ਹੈ। ਇਹ ਹਾਲਾਤ ਆ ਚੁੱਕੇ ਨੇ ਕਿ ਚਿੱਠੀਆਂ ਨਹੀਂ ਪੜ੍ਹਦੇ, ਟਵੀਟ पढ़ के कहते अच्छा चिट्ठी लिखी है तुसी। सो दैट इज वेरी अनफॉर्चुनेट। चलिए हम देखेंगे कि आने वाले दिनों में ये चिट्ठियों का सिलसिला क्या तू मैं तब्दील हो जाता है, लेकिन ये अब तो चलेगा ये मसला, हमें लग रहा है। इस चर्चा में जुड़ने के लिए रितेश जी आपका बहुत बहुत धन्यवाद। बहुत बहुत धन्यवाद जी, थैंक यू। आप सबका भी बहुत शुक्रिया हमें अपना कीमती वक्त देने के लिए।